ਅੱਜ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ। ਸਤਿਗੁਰੂ ਜੀ ਦੇ ਜਨਮ ਦਿਹਾੜੇ ਨੂੰ ਪ੍ਰਕਾਸ਼ ਪੁਰਬ ਕਿਹਾ ਹੀ ਇਸ ਕਰਕੇ ਗਿਆ ਹੈ ਕਿਉਂਕਿ ਗੁਰੂ ਨਿਰਾ ਚਾਨਣਾ ਹੈ। ਗੁਰੂ ਆਉਂਦਾ ਹੀ ਪ੍ਰਕਾਸ਼ ਦੇਣ ਲਈ ਹੈ। ਜੀਵਨ ਵਿੱਚੋਂ ਗੁਰੂ ਹਨੇਰਾ ਦੂਰ ਕਰ ਦਿੰਦਾ ਹੈ ਤੇ ਗਿਆਨ ਰੂਪੀ ਚਾਨਣਾ ਪ੍ਰਗਟ ਕਰ ਦਿੰਦਾ ਹੈ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਵਾ। ਸੂਰਜ ਫਿੱਕਾ ਪੈ ਗਿਆ ਗੁਰੂ ਦੇ ਗਿਆਨ ਰੂਪੀ ਚਾਨਣੇ ਦੇ ਸਾਹਮਣੇ ਤੇ ਕਹਿ ਦਿੱਤਾ ਗਿਆ, ਜੇ ਸੋ ਚੰਦਾ ਉਗ ਵਹੇ ਸੂਰਜ ਚੜ੍ਹੈ ਹਜ਼ਾਰ। ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹ ਵੱਖਰੀ ਗੱਲ ਹੈ ਕਿ ਕੋਈ ਚਾਨਣਾ ਲੈਣਾ ਚਾਹੁੰਦਾ ਹੈ ਕਿ ਨਹੀਂ। ਦੁਨਿਆਵੀ ਬੰਦਾ ਕੋਈ ਜਨਮ ਦਿਨ ਮਨਾਉਂਦਾ ਹੈ ਤੇ ਉਥੋਂ ਜੇ ਸੱਦਾ ਪੱਤਰ ਆਉਂਦਾ ਹੈ ਮਨੁੱਖ ਦੌੜਦਾ ਹੋਇਆ ਜਾਂਦਾ ਹੈ 10 ਕੰਮ ਛੱਡ ਕੇ ਵੀ, ਤੇ ਜੇ ਕੋਈ ਨਾ ਬੁਲਾਵੇ ਤੇ ਨਾਰਾਜ਼ ਵੀ ਹੋ ਜਾਂਦਾ ਹੈ। ਗੁਰੂ ਦਰਬਾਰ ਪਹੁੰਚਦਾ ਹੈ ਬੰਦਾ, ਪਤਾ ਹੁੰਦਾ ਹੈ ਕਿ ਗੁਰੂ ਦਾ ਪ੍ਰਕਾਸ਼ ਦਿਹਾੜਾ ਹੈ, ਪਰ ਅਗਿਆਨਤਾ ਰੂਪੀ ਹਨੇਰਾ ਇੰਨਾ ਕੁ ਘੁੱਪ ਤੇ ਘੋਰ ਹਨੇਰਾ ਹੈ ਕਿ ਬੰਦੇ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਹੀ ਨਹੀਂ ਰਹੀ ਹੁੰਦੀ। ਜੇ ਪਹੁੰਚ ਵੀ ਰਹੀ ਹੁੰਦੀ ਤੇ ਪਰਵਾਹ ਨਹੀਂ ਕਰਦਾ। ਇਹ ਖਿਆਲ ਨਹੀਂ ਆਉਂਦਾ ਵੀ ਗੁਰੂ ਦੀ ਗੋਦ 'ਚ ਬੈਠ ਕੇ ਕੁਝ ਸਮਾਂ ਗੁਰੂ ਦੇ ਉਸ ਪ੍ਰਕਾਸ਼ ਪੁਰਬ ਦੀ ਖੁਸ਼ੀ ਲੈਂਦੇ ਆ, ਜੀਵਨ ਦੇ 'ਚ ਕੁਝ ਗਿਆਨ ਰੂਪੀ ਚਾਨਣਾ ਕਰ ਲਿਆ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਅਗਿਆਨਤਾ ਰੂਪੀ ਹਨੇਰਾ ਜੇ ਦੂਰ ਹੋ ਜਾਵੇ ਤੇ ਇਹ ਗੁਰੂ ਕੇ ਸਿੱਖਾ ਤੇਰੇ ਜੀਵਨ ਵਿੱਚੋਂ ਦੁੱਖਾਂ ਰੂਪੀ ਹਨੇਰਾ ਵੀ ਦੂਰ ਦੌੜ ਜਾਵੇਗਾ। ਕਿਉਂਕਿ ਜਿੱਥੇ ਵੀ ਹਨੇਰਾ ਹੈ ਉੱਥੇ ਦੁੱਖ ਹੈ, ਜਿੱਥੇ ਚਾਨਣਾ ਹੈ ਉੱਥੇ ਸੁੱਖ ਹੈ। ਹਨੇਰਾ ਦੁੱਖ ਦਾ ਪ੍ਰਤੀਕ ਹੈ, ਚਾਨਣਾ ਸੁੱਖ ਦਾ ਪ੍ਰਤੀਕ ਹੈ। ਕਿਸੇ ਘਰ ਦੇ ਚ ਮੌਤ ਹੋ ਜਾਂਦੀ ਹੈ, ਵੱਡਾ ਘਾਟਾ ਪੈ ਜਾਂਦਾ, ਕਾਰੋਬਾਰ ਦੇ ਚ ਬੰਦਾ ਬਰਬਾਦ ਹੋ ਜਾਂਦਾ ਹੈ ਤੇ ਲੋਕ ਹਨੇਰਾ ਕਰਕੇ ਇੱਕ ਪਾਸੇ ਬੈਠ ਜਾਂਦੇ ਨੇ। ਕੋਈ ਕਹਿ ਵੀ ਦੇਵੇ ਨਾ ਵੀ ਲਾਈਟਾਂ ਨਹੀਂ ਜਗਾਈਆਂ, ਅਗਲਾ ਕਹਿੰਦਾ ਹੁਣ ਤਾਂ ਜ਼ਿੰਦਗੀ 'ਚ ਹੀ ਹਨੇਰਾ ਹੋ ਗਿਆ, ਹੁਣ ਕਾਹਦਾ ਚਾਨਣਾ, ਹੁਣ ਕਾਹਦੀ ਲਾਈਟਾਂ ਜਗਾਉਣੀਆਂ। ਪਰ ਦੂਜੇ ਪਾਸੇ ਘਰ ਦੇ ਚ ਵਿਆਹ ਏ, ਬੱਚੇ ਨੇ ਜਨਮ ਲਿਆ, ਕਾਰੋਬਾਰ ਦੇ ਚ ਵਾਧਾ ਹੋਇਆ ਹੈ, ਭਾਵੇਂ ਅੰਦਰ ਲਾਈਟਾਂ ਪਹਿਲਾਂ ਮੌਜੂਦ ਨੇ ਪਰ ਫੇਰ ਬਾਹਰ ਲਾਈਟਾਂ ਲਾ ਦਿੰਦਾ, ਚਾਨਣਾ ਕਰ ਦਿੰਦਾ ਹੈ। ਕਾਰਨ ਕੀ ਹੈ? ਆਉਣ ਜਾਣ ਵਾਲਿਆਂ ਨੂੰ ਪਤਾ ਲੱਗੇ ਇਸ ਚਾਨਣੇ ਨੂੰ ਵੇਖ ਕੇ ਕਿ ਇੱਥੇ ਸੁੱਖ ਵਰਤ ਰਿਹਾ ਹੈ। ਸਾਬਤ ਕੀ ਹੋਇਆ? ਚਾਨਣਾ ਸੁੱਖ ਦਾ ਪ੍ਰਤੀਕ ਹੈ, ਹਨੇਰਾ ਦੁੱਖ ਦਾ ਪ੍ਰਤੀਕ ਹੈ। ਦੁਨੀਆ ਦੇ ਵਿੱਚ ਜਿਤਨੇ ਪਾਪ ਕਮਾਏ ਜਾਂਦੇ ਨੇ, ਹਨੇਰੇ ਦਾ ਲਾਭ ਲੈ ਕੇ ਕਾਤਲ ਕਤਲ ਕਰਨ ਤੋਂ ਨਹੀਂ ਡਰਦਾ, ਚੋਰ ਚੋਰੀ ਕਰਨ ਤੋਂ ਨਹੀਂ ਡਰਦਾ, ਪਰ ਚਾਨਣੇ ਦੇ ਵਿੱਚ ਕਿਤੇ ਲੋਕ ਕਤਲ ਕਰਨ ਤੋਂ ਜਾਂ ਚੋਰੀ ਪਾਪ ਕਮਾਉਣ ਤੋਂ ਬਚ ਜਾਂਦੇ ਨੇ, ਡਰਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਜਿਸ ਮਨੁੱਖ ਦੇ ਅੰਦਰ ਹਨੇਰਾ ਹੈ ਅਗਿਆਨਤਾ ਰੂਪੀ ਨਾ, ਉਹਦੇ ਲਈ ਬਾਹਰ ਦਾ ਸੂਰਜ ਬੇਸ਼ੱਕ ਚੜਿਆ ਹੋਵੇ ਪਰ ਇਹੋ ਜਿਹਾ ਮਨੁੱਖ ਭਰੇ ਚੌਰਾਹੇ ਤੇ ਕਤਲ ਕਰਨ ਤੋਂ ਨਹੀਂ ਡਰਦਾ, ਚੋਰੀ ਯਾਰੀ ਕਰਨ ਤੋਂ ਨਹੀਂ ਡਰਦਾ, ਕਿਉਂਕਿ ਅੰਦਰ ਹਨੇਰਾ ਹੈ ਨਾ। ਤੇ ਇਹੋ ਜਿਹਾ ਮਨੁੱਖ ਨਿਤ ਪਾਪਾਂ ਤੇ ਦੁੱਖ ਦੇ ਚਖਚਤ ਹੁੰਦਾ ਜਾਂਦਾ ਹੈ। ਪਰ ਜਿਸ ਨੂੰ ਗੁਰੂ ਚਾਨਣਾ ਦੇ ਦਿੰਦਾ ਹੈ ਉਹਦੇ ਜੀਵਨ ਵਿੱਚ ਇਹੋ ਜਿਹਾ ਗਿਆਨ ਰੂਪੀ ਚਾਨਣਾ ਆ ਜਾਂਦਾ ਹੈ। ਅੰਧਿਆਰੈ ਦੀਪਕ ਚਹੀਐ, ਇੱਕ ਬਸਤ ਅਗੋਚਰ ਲਹੀਐ, ਬਸਤ ਅਗੋਚਰ ਪਾਈ, ਘਟ ਦੀਪਕ ਰਹਾ ਸਮਾਈ। ਅੰਦਰ ਗਿਆਨ ਦਾ ਦੀਵਾ ਜਗ ਜਾਂਦਾ ਹੈ ਤੇ ਜਦ ਉਹ ਦੀਵਾ ਜਗ ਜਾਂਦਾ ਹੈ ਨਾ ਤੇ ਪ੍ਰਮਾਤਮਾ ਵਾਹਿਗੁਰੂ ਜੀ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਕਾਇਆ ਨਗਰ ਬਸਤ ਹਰ ਸੁਆਮੀ, ਹਰ ਨਿਰਭਉ ਨਿਰਵੈਰ ਨਿੰਕਾਰਾ। ਹਰ ਨਿਕਟ ਬਸਤ ਕਛ ਨਦਰ ਨਾ ਆਵੈ, ਹਰ ਲਾਧਾ
ਹਰੀ ਲੱਭ ਸਕਦਾ ਹੈ, ਵਾਹਿਗੁਰੂ ਲੱਭ ਸਕਦਾ ਹੈ। ਕਿਸ ਤਰ੍ਹਾਂ? ਗੁਰ ਵਿਚਾਰਾ, ਗੁਰੂ ਦੀ ਉਹ ਵਿਚਾਰ ਜੋ ਚਾਨਣਾ ਦੇ ਰਹੀ ਹੈ, ਗਿਆਨ ਦੇ ਰਹੀ ਹੈ, ਉਹਦੇ ਰਾਹੀਂ ਮਾਲਕ ਵਾਹਿਗੁਰੂ ਤੱਕ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਸਾਰਿਆਂ ਨੂੰ। ਆਓ ਗੁਰਮੁਖੋ, ਮਨ ਜੇ ਕਿਤੇ ਭਟਕ ਰਿਹਾ ਹੈ, ਮਨ ਨੂੰ ਆਵਾਜ਼ ਮਾਰੋ, ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੱਜ ਦੀ ਵਿਚਾਰ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਰਕੇ ਆਸਾ ਰਾਗ ਦੇ ਵਿੱਚ ਜੋ ਬਾਬਾ ਰਵਿਦਾਸ ਜੀ ਦਾ ਇਹ ਸ਼ਬਦ ਵਿਚਾਰ ਕਰਨ ਲਈ ਸਾਨੂੰ ਦਿੱਤਾ ਹੈ। ਸਾਹਿਬ ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਮਿਲਦਾ ਕਿਸ ਤਰ੍ਹਾਂ ਹੈ? ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਕਿਰਪਾ ਸਦਕਾ ਉਹਦੀ ਪ੍ਰਾਪਤੀ ਹੁੰਦੀ ਹੈ। ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਿਤਨਾ ਮਾਣ ਦਿੰਦੇ ਨੇ। ਉਦੋਂ ਦੇਖੋ ਜਿਨ੍ਹਾਂ ਨੂੰ ਦੁਰਕਾਰਿਆ ਜਾਂਦਾ ਸੀ, ਲਤਾੜਿਆ ਜਾਂਦਾ ਸੀ, ਨੀਵੀਂ ਜਾਤ ਦਾ ਕਿਹਾ ਜਾਂਦਾ ਸੀ, ਆਪ ਬਾਬਾ ਰਵਿਦਾਸ ਜੀ ਨੇ ਇਸ ਗੱਲ ਦਾ ਜ਼ਿਕਰ ਕਈ ਜਗ੍ਹਾ ਬਾਣੀ ਦੇ ਚ ਕੀਤਾ ਹੈ। ਪਰ ਉਸ ਬਾਣੀ, ਉਸ ਸ਼ਬਦ ਰੂਪੀ ਗਿਆਨ ਕਰਕੇ ਇਤਨੇ ਉੱਚੇ ਹੋ ਗਏ ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ ਇਤਨਾ ਮਾਣ ਦਿੱਤਾ ਕਿ ਬਾਣੀ ਜਦ ਦਰਜ ਕੀਤੀ ਤੇ ਹੈਡਿੰਗ ਦਿੱਤੀ ਹੈ ਆਸਾ ਰਾਗ ਦੇ ਚ ਬਾਣੀ। ਇਹ ਜੋ ਬਾਣੀ ਹੈ ਸ੍ਰੀ ਰਵਿਦਾਸ ਜੀਓ ਕੀ, ਜੀਓ ਸ਼ਬਦ ਵਰਤਿਆ ਹੈ, ਸਤਕਾਰ ਦਿੱਤਾ ਹੈ। ਜੇ ਕਿਤੇ ਇਹ ਗੱਲ ਅਸੀਂ ਉਹਨਾਂ ਭਰਾਵਾਂ ਨੂੰ ਸਮਝਾ ਪਾਉਂਦੇ ਜਾਂ ਉਹ ਆਪ ਬਾਬਾ ਰਵਿਦਾਸ ਜੀ ਦੀ ਬਾਣੀ ਰਾਹੀਂ ਸਮਝ ਪਾਉਂਦੇ ਤੇ ਹੋ ਸਕਦਾ ਜੇ ਰਵਿਦਾਸ ਟੈਂਪਲ ਨਹੀਂ ਬਣੇ ਹੁੰਦੇ, ਕੇਵਲ ਗੁਰਦੁਆਰਾ ਹੀ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ। ਬਾਬਾ ਰਵਿਦਾਸ ਜੀ ਸਮਝਾ ਰਹੇ ਨੇ, ਕਹਿੰਦੇ ਮ੍ਰਗ ਮੀਨ ਭ੍ਰੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼। ਧਿਆਨ ਦੇਣਾ, ਬਾਬਾ ਰਵਿਦਾਸ ਜੀ ਨੇ ਕੁਝ ਜੀਵਾਂ ਦਾ ਜ਼ਿਕਰ ਕੀਤਾ ਹੈ, ਕੁਝ ਜਾਨਵਰਾਂ ਦਾ ਜ਼ਿਕਰ ਕੀਤਾ ਹੈ। ਪਹਿਲਾ ਕਿਹਾ ਮਿਰਗ, ਮਿਰਗ ਦਾ ਅਰਥ ਹੈ ਹਿਰਨ। ਦੂਜਾ ਮੀਨ, ਮੀਨ ਦਾ ਅਰਥ ਹੈ ਮੱਛੀ। ਤੇ ਤੀਜਾ ਭ੍ਰੰਗ, ਭ੍ਰੰਗ ਦਾ ਅਰਥ ਹੈ ਭੌਰਾ, ਭੌਰਾ। ਤੇ ਅਗਲਾ ਕਿਹਾ ਹੈ, ਕਹਿੰਦੇ ਪਤੰਗ, ਪਤੰਗ ਕਿਹਾ ਜਾਂਦਾ ਭੰਬਟ ਨੂੰ। ਉਹ ਜੋ ਦੀਵੇ ਨੂੰ ਵੇਖ ਕੇ ਜਾਂ ਕੋਈ ਬਲਬ ਲਾਈਟ ਜਗ ਰਹੀ ਹੁੰਦੀ ਹੈ ਤੇ ਉਹਦੇ ਅੱਗੇ ਪਿੱਛੇ ਗੇੜੇ ਲਾਉਂਦਾ ਏ, ਕਹਿੰਦੇ ਏਕ ਦੋਖ ਬਿਨਾਸ਼। ਹੁਣ ਇਤਨੇ ਜੀਵਾਂ ਦਾ ਉਦਾਹਰਣ ਦੇ ਕੇ ਜ਼ਿਕਰ ਕਰਕੇ ਤੇ ਨਾਲ ਫੈਸਲਾ ਦੇ ਦਿੱਤਾ ਕਿ ਇਹਨਾਂ 'ਚ ਇੱਕ ਇੱਕ ਦੋਸ਼ ਹੈ, ਇੱਕ ਇੱਕ ਦੋਸ਼ ਹੈ। ਤੇ ਕਹਿੰਦੇ ਇੱਕ ਦੋਸ਼ ਦੇ ਕਰਕੇ ਹੀ ਇਹ ਬਰਬਾਦ ਹੋ ਜਾਂਦੇ ਨੇ, ਤਬਾਹ ਹੋ ਜਾਂਦੇ ਨੇ, ਆਪਣੀ ਜ਼ਿੰਦਗੀ ਤੱਕ ਕੁਰਬਾਨ ਕਰ ਦਿੰਦੇ ਨੇ। ਤੇ ਐ ਮਨੁੱਖ ਤੇਰਾ ਕੀ ਹੋਵੇਗਾ? ਉਹਨਾਂ 'ਚ ਤਾਂ ਇੱਕ ਇੱਕ ਦੋਸ਼ ਹੈ, ਪਰ ਤੂੰ ਆਪਣੇ ਵੱਲ ਨਜ਼ਰ ਮਾਰ। ਪੰਜ ਦੋਖ ਅਸਾਧ ਜਾ ਮਹਿ ਤਾਂ ਕੀ ਕੇ ਤੱਕ ਆਸ। ਜਿਹੜਾ ਪੰਜ ਦੋਸ਼ਾਂ ਨਾਲ ਘਿਰਿਆ ਹੋਇਆ ਏ, ਪੰਜ ਵਿਕਾਰਾਂ ਨਾਲ ਘਿਰਿਆ ਹੋਇਆ ਏ, ਤੇ ਇਹੋ ਜਿਹੇ ਵਿਕਾਰ ਜਿਨ੍ਹਾਂ ਨੂੰ ਕਹਿੰਦੇ ਸਾਧਿਆ ਤੱਕ ਨਹੀਂ ਜਾ ਸਕਦਾ, ਜੋ ਵਸ ਵਿੱਚ ਨਾ ਆ ਸਕਣ ਵਾਲੇ ਨੇ, ਬੜੇ ਬਲਵਾਨ ਨੇ। ਤੇ ਇਹਨਾਂ ਪੰਜ ਦੋਖਾਂ ਦੇ ਨਾਲ ਤੂੰ ਆਪਣਾ ਬਚਾਵ ਕਿਸ ਤਰ੍ਹਾਂ ਕਰ ਸਕਦਾ ਏ? ਪਰ ਅਫਸੋਸ, ਬੰਦੇ ਦੀ ਫਿਤਰਤ ਕੀ ਹੈ? ਦੂਜੇ ਵੱਲ ਉਂਗਲ ਚੱਕਦਾ ਹੈ, ਪਰ ਇਹ ਨਹੀਂ ਵੇਖਦਾ ਜਦ ਤੂੰ ਦੂਜੇ ਵੱਲ ਇੱਕ ਉਂਗਲ ਚੱਕਦਾ ਹੈ ਨਾ ਤਾਂ ਚਾਰ ਤੇਰੇ ਵੱਲ ਆਉਂਦੀਆਂ ਨੇ। ਇਹਦਾ ਭਾਵ ਕੀ? ਜੇ ਅਗਲਾ ਇੱਕ ਗੁਨਾਹ ਦੋਸ਼ੀ ਹੈ ਨਾ ਤੇ ਤੂੰ ਚਾਰ ਗੁਨਾਹ ਦੋਸ਼ਾਂ ਨਾਲ ਭਰਿਆ ਹੋਇਆ, ਆਪਣੇ ਅੰਦਰ ਵੀ ਝਾਤ ਮਾਰ ਕੇ ਵੇਖ ਲੈ। ਜੇ ਦੂਜੇ 'ਚ ਇੱਕ ਦੋਸ਼ ਹੈ, ਤੇਰੇ ਅੰਦਰ ਪੰਜ ਦੋਸ਼ ਨੇ, ਪੰਜ ਵਿਕਾਰ ਨੇ।
ਜੇ ਇੱਕ ਦੋਸ਼ ਉਹਨਾਂ ਨੂੰ ਮਾਰ ਗਿਆ, ਇੱਕ ਵਿਕਾਰ ਦੇ ਕਰਕੇ ਉਹ ਤਬਾਹ ਹੋ ਗਏ, ਤੇ ਤੂੰ ਕਿਸ ਤਰ੍ਹਾਂ ਬਚੇਗਾ? ਤੇਰੇ ਬਚਣ ਦਾ ਤਰੀਕਾ ਤਾਂ ਇੱਕੋ ਹੀ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾ। ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹਨਾਂ 5 ਵਿਕਾਰਾਂ ਨੂੰ ਜਿੱਤ ਲਿਆ। ਜਿੱਥੇ ਸਤਿਗੁਰੂ ਜੀ ਨੇ ਕਿਹਾ ਨਾ, ਰਾਖ ਪਿਤਾ ਪ੍ਰਭ ਮੇਰੇ, ਕਹਿੰਦੇ ਮੋਹ ਨਿਰਗੁਣ ਸਭ ਗੁਣ ਤੇਰੇ। ਐ ਮੇਰੇ ਮਾਲਕ ਵਾਹਿਗੁਰੂ, ਤੂੰ ਕਿਰਪਾ ਕਰਕੇ ਮੈਨੂੰ ਰੱਖ ਲੈ, ਇਹਨਾਂ 5 ਦੂਤਾਂ ਤੋਂ ਬਚਾ ਲੈ। 1 ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ, ਜਿਮੀ ਨਾਹੀ ਮੈਂ ਕਿਸੀ ਕੀ ਬੋਈ ਐਸਾ ਦਿਨ ਦੁਖਾਲਾ। ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ, ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨ ਹੋ ਲਿਆ ਉਬਾਰੀ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬੋਲ ਨੇ, ਕਹਿੰਦੇ ਬੜਾ ਦੁਖੀ ਕੀਤਾ ਇਹਨਾਂ ਨੇ। ਪੰਚ ਬਿਖਾਦੀ ਇੱਕ ਗਰੀਬਾ, ਰਾਖੋ ਰਾਖਨ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ। ਕਹਿੰਦੇ ਇਹ 5 ਵਿਕਾਰ ਜਿਹੜੇ ਨੇ ਬੜਾ ਦੁਖੀ ਕਰਦੇ ਨੇ। ਤੇ ਸਤਿਗੁਰੂ ਜੀ ਤੁਸੀਂ ਬਚੇ ਕਿਸ ਤਰ੍ਹਾਂ? ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਮੈਂ ਤਾਂ ਗੁਰੂ ਦੀ ਕਿਰਪਾ ਸਦਕਾ ਉਸ ਮਾਲਕ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ, ਤੇ ਉਸ ਵਾਹਿਗੁਰੂ ਜੀ ਨੇ ਮੈਨੂੰ ਬਚਾ ਲਿਆ। ਕਿਸ ਤਰ੍ਹਾਂ ਬਚਾ ਲਿਆ? ਕਹਿੰਦੇ ਇਹਨਾਂ ਨੂੰ ਮੈਂ ਜਿੱਤ ਲਿਆ। ਕਿਸ ਤਰ੍ਹਾਂ ਜਿੱਤ ਲਿਆ? ਸਾਹਿਬ ਕਹਿੰਦੇ ਜੀਤ ਲਏ ਉਹ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ। ਕਹਿੰਦੇ ਮੈਂ ਉਹਨਾਂ ਨੂੰ ਜਿੱਤ ਲਿਆ। ਪਰ ਕਿਸ ਤਰ੍ਹਾਂ ਜਿੱਤ ਲਿਆ? ਕਹਿੰਦੇ ਮੈਨੂੰ ਗੁਰੂ ਨੇ ਉਹ ਜੋ ਬਾਣੀ ਦਿੱਤੀ, ਉਹ ਜੋ ਮਾਲਕ ਵਾਹਿਗੁਰੂ ਜੀ ਤੋਂ ਧੁਰ ਦਰਗਾਹ ਦੀ ਬਾਣੀ ਆਈ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਵਖਾਨਾ। ਕਹਿੰਦੇ ਉਹਦੇ ਕਰਕੇ ਮੇਰੇ ਚਿੰਤਾ ਝੂਰੇ ਫਿਕਰਾਂ ਮੁੱਕ ਗਈਆਂ, ਇਹਨਾਂ ਵਿਕਾਰਾਂ ਦਾ ਵਸ ਮੇਰੇ ਉੱਤੇ ਨਹੀਂ ਤੋਂ ਚਲਿਆ। ਹੁਣ ਦੇਖੋ ਅੱਜ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਨਾ, ਸਤਿਗੁਰੂ ਜੀ ਦੀ ਬਾਣੀ ਵਿੱਚੋਂ ਹੀ ਕੁਝ ਸੇਧ ਲਿਆ ਲਈਏ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਇਹ ਬੇਸ਼ੱਕ 5 ਵਿਕਾਰ ਨੇ ਜਿਨ੍ਹਾਂ ਨੂੰ ਬਾਬਾ ਰਵਿਦਾਸ ਜੀ ਨੇ ਗਿਣਾਇਆ ਹੈ ਕਿ ਤੁਸੀਂ ਵੇਖੋ, ਹਰਨ ਦੇ ਵਿੱਚ ਇੱਕ ਦੋਸ਼ ਹੈ, ਉਹ ਨਾਦ ਦੀ ਆਵਾਜ਼ ਦੇ ਪਿੱਛੇ ਪਾਗਲ ਹੈ। ਹੁਣ ਨਾਦ ਸ਼ਿਕਾਰੀ ਵਜਾਉਂਦੇ ਨੇ ਕਿਉਂਕਿ ਉਹ ਜਾਣਦੇ ਨੇ ਇਹਦੀ ਇਸ ਕਮਜ਼ੋਰੀ ਨੂੰ। ਜੇ ਨਾਦ ਵਜਾਇਆ ਜਾਵੇਗਾ, ਇਹ ਦੌੜ ਕੇ ਸਾਹਮਣੇ ਆ ਜਾਵੇਗਾ, ਤੈਨੂੰ ਸ਼ਿਕਾਰ ਕਰਦਿਆਂ ਦੇਰ ਨਹੀਂ ਲੱਗੇਗੀ। ਤੇ ਉਹ ਹੀ ਕਰਦੇ ਨੇ, ਨਾਦ ਵਜਾਉਂਦੇ ਨੇ। ਘੰਡੇ ਹਿੜੇ ਦੀ ਆਵਾਜ਼ ਨੂੰ ਸੁਣ ਕੇ ਇਹ ਹਿਰਨ ਦੌੜ ਕੇ ਸਾਹਮਣੇ ਚਲਾ ਜਾਂਦਾ ਹੈ, ਤੇ ਉਦੋਂ ਹੀ ਸ਼ਿਕਾਰ ਹੋ ਜਾਂਦਾ ਹੈ। ਕਹਿੰਦੇ ਮੱਛੀ ਨੂੰ ਜੇਵਾ ਦਾ ਚਸਕਾ ਹੈ, ਸ਼ਿਕਾਰੀ ਕੰਡਾ ਪਾਉਂਦਾ ਹੈ ਤੇ ਦੌੜ ਕੇ ਆਉਂਦੀ ਹੈ, ਤੇ ਉਦੋਂ ਹੀ ਇਹਦਾ ਵੀ ਨਾਸ਼ ਹੋ ਜਾਂਦਾ, ਵਿਨਾਸ਼ ਹੋ ਜਾਂਦਾ ਹੈ। ਭ੍ਰੰਗ ਭੌਰਾ, ਕਹਿੰਦੇ ਭੌਰੇ ਨੂੰ ਇੱਕ ਦੋਸ਼ ਹੈ, ਇਹ ਸੁਗੰਧ ਨਾਲ, ਇਹ ਸੁਗੰਧ ਦਾ ਮਾਰਿਆ ਫੁੱਲ ਦੇ ਉੱਤੇ ਜਾ ਕੇ ਬੈਠਦਾ ਏ। ਜਿਸ ਤਰ੍ਹਾਂ ਇੱਕ ਸ਼ਰਾਬੀ ਨੂੰ ਨਸ਼ੇ ਦਾ ਦੋਸ਼ ਹੁੰਦਾ ਏ, ਕਈ ਵਾਰੀ ਸਭ ਕੁਝ ਹੀ ਉਹ ਨਸ਼ਾ, ਭਾਵੇਂ ਸ਼ਰਾਬ ਦਾ ਹੋਵੇ ਭਾਵੇਂ ਕੋਈ ਹੋਰ ਨਸ਼ਾ ਹੋਵੇ, ਜਦ ਮਨੁੱਖ ਉਹਦਾ ਆਦੀ ਹੋ ਜਾਂਦਾ ਹੈ ਨਾ, ਆਪਣਾ ਸਭ ਕੁਝ ਤਾਂ ਗਵਾ ਲੈਂਦਾ ਹੈ ਪਰ ਉਹਨੂੰ ਨਹੀਂ ਛੱਡ ਪਾਉਂਦਾ। ਕਹਿੰਦੇ ਭੌਰੇ ਨੂੰ ਵੀ ਇਹ ਰੋਗ ਹੈ। ਉਹ ਕੀ ਕਰਦਾ? ਫੁੱਲ ਦੀ ਖੁਸ਼ਬੂ ਦੇ ਵਸ ਚ ਆਇਆ ਹੋਇਆ ਉਸ ਰੋਗ ਦਾ ਮਾਰਿਆ ਜਾ ਕੇ ਉਹਦੇ ਉੱਤੇ ਬੈਠ ਜਾਂਦਾ ਏ, ਤੇ ਉਹ ਫੁੱਲ ਬੰਦ ਹੁੰਦਾ ਹੈ, ਉਹਦੀ ਉੱਥੇ ਹੀ ਮੌਤ ਹੋ ਜਾਂਦੀ ਹੈ, ਅੰਦਰ ਹੀ ਰਹਿ ਕੇ ਕੁਰਬਾਨ ਕਰ ਦਿੰਦਾ ਹੈ ਆਪਣੇ ਆਪ ਨੂੰ। ਕਹਿੰਦੇ ਰੋਗ ਹੈ ਨਾ। ਫਿਰ ਕਹਿੰਦੇ ਪਤੰਗ, ਉਹ ਪਤੰਗਾ, ਉਹ ਭੰਬਟ, ਉਹ ਵੀ ਦੀਵੇ ਦੀ ਰੌਸ਼ਨੀ ਨਾਲ ਉਹਨੂੰ ਇੰਨੀ ਕੁ ਖਿੱਚ ਹੈ ਕਿ ਉਹ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦਾ, ਤੇ ਉੱਥੇ ਹੀ ਕੁਰਬਾਨ ਹੋ ਜਾਂਦਾ ਹੈ। ਫਿਰ ਕਹਿੰਦੇ ਕੁੰਚਰ, ਹਾਥੀ ਜਿਹੜਾ ਹੈ ਨਾ, ਇਹਦੇ ਵਿੱਚ ਵੀ ਇੱਕ ਰੋਗ ਹੈ। ਕਿਹੜਾ ਰੋਗ ਹੈ? ਬੜਾ ਪ੍ਰਬਲ ਰੋਗ ਹੈ ਉਹ ਵੀ, ਕਾਮ ਦਾ ਰੋਗ। ਸਤਿਗੁਰੂ ਜੀ ਨੇ ਫੈਸਲਾ ਦਿੱਤਾ, ਹਉਮੈ ਰੋਗ ਮਾਨੁ ਕੋ ਦੀਨਾ, ਕਾਮ ਰੋਗ ਮੈਗਲ ਬਸਲੀਨਾ।
ਮੈਗਲ ਵੀ ਹਾਥੀ ਨੂੰ ਕਿਹਾ ਹੈ, ਕੁੰਚਰ ਵੀ ਹਾਥੀ ਨੂੰ ਕਿਹਾ ਹੈ। ਤੇ ਕਹਿੰਦੇ ਹਾਥੀ ਨੂੰ ਕਾਮ ਵਾਸ਼ਨਾ ਦਾ ਰੋਗ ਹੈ, ਜਿਸ ਤਰ੍ਹਾਂ ਪਤੰਗੇ ਨੂੰ ਅੱਖਾਂ ਦੇ ਚਸਕੇ ਦਾ ਰੋਗ ਹੈ, ਅੱਖਾਂ ਨਾਲ ਉਸ ਲਾਈਟ ਨੂੰ ਵੇਖਣਾ ਚਾਹੁੰਦਾ ਹੈ ਤੇ ਸੜ ਮਰਦਾ ਹੈ। ਬਿਲਕੁਲ ਇਉਂ ਹਾਥੀ ਨੂੰ ਕਾਮ ਦਾ ਰੋਗ ਹੈ। ਜਿਸ ਤਰ੍ਹਾਂ ਹਿਰਨ ਨੂੰ ਮਾਰਨ ਲਈ ਉਹ ਨਾਦ ਵਜਾਉਂਦੇ ਨੇ, ਬਿਲਕੁਲ ਇਉਂ ਸ਼ਿਕਾਰੀ ਕੀ ਕਰਦੇ ਨੇ, ਹਾਥੀ ਨੂੰ ਫੜਨ ਲਈ ਇੱਕ ਵੱਡਾ ਸਾਰਾ ਟੋਆ ਪੁੱਟ ਕੇ ਉਹਦੇ ਉੱਤੇ ਬਰੀਕ ਲੱਕੜਾਂ ਪਾ ਕੇ ਤੇ ਉੱਪਰ ਕੁਝ ਪੱਤੇ ਆਦਿਕ ਰੱਖ ਕੇ ਉਹਨੂੰ ਬਿਲਕੁਲ ਪ੍ਰਥਵੀ ਵਾਂਗ, ਧਰਤੀ ਵਾਂਗ ਹੀ ਬਣਾ ਦਿੰਦੇ ਨੇ। ਉਹਦੇ ਉੱਤੇ ਇੱਕ ਕਾਗਜ਼ ਦੀ ਹਥਨੀ ਬਣਾ ਕੇ ਰੱਖ ਦਿੰਦੇ ਨੇ। ਕਾਗਜ਼ ਦੀ ਉਸ ਹਥਨੀ ਨੂੰ ਵੇਖ ਕੇ ਉਹ ਕਾਮ ਦਾ ਮਾਰਿਆ ਹਾਥੀ ਜਿਹੜਾ ਏ ਦੌੜ ਕੇ ਆਉਂਦਾ ਏ ਤੇ ਉਹ ਜਿਹੜੀਆਂ ਬਰੀਕ ਲੱਕੜਾਂ ਨੇ ਉਹਦਾ ਭਾਰ ਨਹੀਂ ਸਹਿ ਪਾਉਂਦੀਆਂ ਤੇ ਉਹ ਉਸ ਟੋਏ ਦੇ ਚ ਡਿੱਗ ਪੈਂਦਾ ਏ। ਤੇ ਜਦ ਉਹਦੇ ਚ ਡਿੱਗ ਪੈਂਦਾ ਏ ਉਸ ਤੋਂ ਬਾਹਰ ਨਿਕਲਿਆ ਨਹੀਂ ਜਾਂਦਾ, ਫਿਰ ਭਾਰੀ ਸਰੀਰ ਹੁੰਦਾ ਏ ਤੇ ਉਹਨੂੰ ਉਹ ਸ਼ਿਕਾਰੀ ਭੁੱਖਿਆਂ ਪਿਆਸਿਆਂ ਕੁਝ ਦਿਨ ਰੱਖਦੇ ਨੇ। ਜਦੋਂ ਬਿਲਕੁਲ ਕਮਜ਼ੋਰ ਹੋ ਜਾਂਦਾ ਏ ਉਦੋਂ ਉਹਨੂੰ ਬੇੜੀਆਂ ਪਾ ਦਿੰਦੇ ਨੇ, ਉਹਨੂੰ ਜੰਜੀਰਾਂ 'ਚ ਜਕੜ ਦਿੰਦੇ ਨੇ ਤੇ ਇਉਂ ਏਡੇ ਬਲਵਾਨ ਹਾਥੀ ਨੂੰ, ਏਡੇ ਬਲਵਾਨ ਜਾਨਵਰ ਨੂੰ ਆਪਣੇ ਵਸ 'ਚ ਕਰਕੇ ਤੇ ਮਦਾਰੀਆਂ ਵਾਂਗ ਜਗ੍ਹਾ ਜਗ੍ਹਾ ਨਚਾਉਂਦੇ ਫਿਰਦੇ ਨੇ। ਕਹਿੰਦੇ ਇਹ ਬੰਦੇ ਇੱਕ ਰੋਗ ਨੇ ਉਹਨੂੰ ਗੁਲਾਮ ਬਣਾ ਦਿੱਤਾ, ਉਹਦਾ ਜੀਵਨ ਬਰਬਾਦ ਹੋ ਗਿਆ। ਤੇਰੇ ਅੰਦਰ ਤਾਂ 5 ਰੋਗ ਨੇ, ਤੂੰ ਕਿੱਥੇ ਬਚੇਗਾ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੈਂ ਬਚ ਗਿਆ। ਸਭ ਕਹਿੰਦੇ ਜੀਤ ਲੈ ਉਹ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ। ਜਦ ਮੈਂ ਬਾਣੀ ਨਾਲ ਜੁੜਿਆ ਤੇ ਮੇਰੇ ਉੱਤੇ ਇਹਨਾਂ ਦਾ ਵਸ ਨਹੀਂ ਪਿਆ। ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਤੁਸੀਂ ਵੇਖੋ, ਇਹਨਾਂ ਦੋਸ਼ਾਂ ਤੋਂ ਵੀ ਕੋਈ ਪ੍ਰੇਰਣਾ ਲੈ ਲਈ, ਔਗੁਣ ਵਿੱਚੋਂ ਵੀ ਗੁਣ ਲੱਭ ਲੈਣਾ, ਗੁਣ ਪ੍ਰਾਪਤ ਕਰ ਲੈਣਾ ਗੁਰੂ ਦੀ ਵਡਿਆਈ ਹੈ। ਜਿਸ ਤਰ੍ਹਾਂ ਬਾਬਾ ਨਾਮਦੇਵ ਜੀ ਨੇ ਵੀ, ਤੁਸੀਂ ਦੇਖੋ ਨਾ, ਔਗੁਣ ਵਿੱਚੋਂ ਗੁਣ ਲੱਭ ਲਿਆ। ਜਿੱਥੇ ਕਿਹਾ ਨਾ ਜੈਸੇ ਬਿਖੈ ਹੇਤ ਪਰ ਨਾਰੀ ਤੈਸੇ ਨਾਮੇ ਪ੍ਰੀਤ ਮੁਰਾਰੀ। ਕਹਿੰਦੇ ਜਿਸ ਤਰ੍ਹਾਂ ਇੱਕ ਕਾਮੀ ਮਨੁੱਖ, ਜੋ ਹਾਥੀ 'ਚ ਦੋਸ਼ ਹੈ ਬੰਦੇ ਵਿੱਚ ਵੀ ਦੋਸ਼ ਹੈ। ਜੇਲਾਂ ਭਰੀਆਂ ਹੋਈਆਂ ਨੇ, ਮਨੁੱਖ ਕਾਮ ਦਾ ਮਾਰਿਆ ਇੱਕ ਛਿਨ ਲਈ ਕੁਝ ਐਸੀਆਂ ਗਲਤੀਆਂ ਕਰ ਜਾਂਦਾ ਕਿ 7-7 ਸਾਲ 11-11 ਸਾਲ ਜੇਲ੍ਹ 'ਚ ਗੁਜ਼ਾਰਦਾ ਹੈ। ਸਮਾਜ ਤੋਂ ਬਾਈਕਾਟ ਹੋ ਜਾਂਦਾ ਹੈ, ਬਰਾਦਰੀ ਤੋਂ ਕੱਢ ਦਿੱਤਾ ਜਾਂਦਾ ਹੈ, ਪਰ ਸਭ ਕੁਝ ਸਹਾਰਦਾ ਏ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਛੇਵੇਂ ਕਾਮ ਨਾ ਪੁੱਛਿਆ ਜਾਤ। ਕਹਿੰਦੇ ਇਹ ਜਦ ਕਾਮ ਪ੍ਰਬਲ ਹੋ ਜਾਂਦਾ ਹੈ ਨਾ ਤੇ ਇਹ ਤਾਂ ਜਾਤ ਪਾਤ ਵੀ ਨਹੀਂ ਵੇਖਦਾ, ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰ ਦਿੰਦਾ ਏ। ਤੇ ਉਦਾਹਰਣ ਤਾਂ ਇੱਥੇ ਤੱਕ ਦੇ ਦਿੱਤਾ ਗਿਆ, ਸਨਕਾਦਕ ਸਾਧਕ ਮਨ ਸੇਖਾ ਤਿਨ ਵੀ ਤਨ ਮੈਂ ਮਨ ਨਹੀਂ ਪੇਖਾ। ਇਸ ਦੇਸ਼ ਦਾ ਇਤਿਹਾਸ ਤਾਂ ਇਹ ਹੈ ਕਿ ਬ੍ਰਹਮਾ ਵਰਗਾ, ਤੇ ਇਹ ਲਿਖ ਦਿੱਤਾ ਗਿਆ ਕਿ ਆਪਣੀ ਬੇਟੀ ਨੂੰ ਵੇਖ ਕੇ ਹੀ ਕਾਮ ਦਾ ਮਾਰਿਆ, ਪਾਗਲ ਹੋ ਗਿਆ। ਤੇ ਸਭ ਕਹਿੰਦੇ ਕਿ ਜੇ ਕਿਤੇ ਤੂੰ ਔਗੁਣ ਵਿੱਚੋਂ ਗੁਣ ਲੱਭਣਾ ਹੈ ਨਾ ਤੇ ਗੁਰੂ ਦੀ ਨਜ਼ਰ ਨਾਲ ਵੇਖ। ਬਾਬਾ ਨਾਮਦੇਵ ਜੀ ਕਹਿੰਦੇ ਜੈਸੇ ਬਿਖੈ ਹੇਤ ਪਰ ਨਾਰੀ, ਜਿਸ ਤਰ੍ਹਾਂ ਇੱਕ ਕਾਮੀ ਮਨੁੱਖ ਪਰਾਏ ਤਨ ਨੂੰ ਜਿਤਨੇ ਤਾਣ ਨਾਲ, ਜਿਤਨੇ ਨਿਹ ਨਾਲ ਵੇਖਦਾ ਹੈ ਨਾ, ਤੈਸੇ ਨਾਮੇ ਪ੍ਰੀਤ ਮੁਰਾਰੀ। ਮੈਂ ਉਹਨੂੰ ਵੇਖ ਕੇ ਵੀ ਇੱਕ ਪ੍ਰੇਰਣਾ ਲੈ ਲੈਂਦਾ, ਇੱਕ ਗੁਣ ਲੱਭ ਲੈਂਦਾ। ਜਿਤਨੀ ਤਾਣ ਨਾਲ, ਜਿਤਨੇ ਧਿਆਨ ਨਾਲ ਉਧਰ ਵੇਖ ਰਿਹਾ, ਉਤਨੀ ਪ੍ਰੀਤ ਨਾਲ, ਉਤਨੇ ਧਿਆਨ ਨਾਲ ਮੈਂ ਮਾਲਕ ਵਾਹਿਗੁਰੂ ਜੀ ਨੂੰ ਵੇਖਣਾ ਹੈ, ਮੈਂ ਉਧਰ ਪ੍ਰੀਤ ਪਾਉਣੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ ਸਾਨੂੰ ਪ੍ਰੀਤ ਵਿਖਾਉਂਦਿਆਂ ਸਿਖਾਉਂਦਿਆਂ, ਤੁਸੀਂ ਦੇਖੋ ਰਵਿਦਾਸ ਜੀ ਨੇ ਜੋ ਦੋਸ਼ ਗਣਾਏ ਨੇ, ਬਾਬਾ ਰਵਿਦਾਸ ਜੀ ਨੇ, ਕਿਉਂਕਿ ਹਰ ਇੱਕ ਗੱਲ ਦੇ ਦੋ ਪੱਖ ਹੁੰਦੇ ਨੇ। ਬਾਬਾ ਰਵਿਦਾਸ ਜੀ ਵੀ ਆਪਣੀ ਜਗ੍ਹਾ ਠੀਕ ਨੇ, ਉਹ ਸਾਨੂੰ ਜਗਾ ਰਹੇ ਨੇ। ਔਗੁਣ ਦੱਸ ਕੇ ਕਿਤੇ ਔਗੁਣ ਤੁਹਾਡੇ ਜੀਵਨ ਨੂੰ ਲੁੱਟ ਨਾ ਲੈਣ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਨਾ, ਔਗੁਣਾਂ ਤੋਂ ਬਚਣ ਦਾ ਇੱਕ ਤਰੀਕਾ ਕਿ ਇਹਨੂੰ ਹੀ ਗੁਣ ਬਣਾ ਲੈ, ਇਹਨੂੰ ਹੀ ਗੁਣ ਬਣਾ ਲੈ।
ਜੋ ਜ਼ਿਕਰ ਕੀਤਾ ਨਾ ਮੱਛੀ ਦਾ, ਹਿਰਨ ਦਾ, ਭੌਰੇ ਦਾ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ ਉਹੀ ਜ਼ਿਕਰ ਕਰ ਦਿੱਤੇ। ਜਿੱਥੇ ਕਿਹਾ ਨਾ ਸਤਿਗੁਰੂ ਜੀ ਨੇ, ਕਹਿੰਦੇ ਜੋ ਮਛਲੀ ਬਿਨ ਪਾਣੀਆ ਕਿਉਂ ਜੀਵਨ ਪਾਵੈ, ਬੂੰਦ ਵਿਹੁਣਾ ਚਾਤ੍ਰਿਕੋ ਕਿਉਂ ਕਰ ਤਿਰਤਾਵੈ, ਭਵਰ ਕੁਸਮ ਲੋਭੀ ਬਾਸਕਾ, ਭੌਰੇ ਦਾ ਵੀ ਜ਼ਿਕਰ ਕੀਤਾ ਹੈ, ਮੱਛੀ ਦਾ ਵੀ ਜ਼ਿਕਰ ਕੀਤਾ ਹੈ। ਭਵਰ ਕੁਸਮ ਲੋਭੀ ਬਾਸਕਾ ਮਿਲ ਆਪ ਬੰਧਾਵੈ, ਨਾਦ ਕੁਰੰਕੈ ਬੇਦਿਆ ਸਨਮੁਖ ਉਠ ਧਾਵੈ, ਹਿਰਨ ਦਾ ਜ਼ਿਕਰ ਕਰ ਦਿੱਤਾ। ਤੇ ਇਹਨਾਂ ਦਾ ਜ਼ਿਕਰ ਕਰਕੇ ਸਾਹਿਬ ਕਹਿੰਦੇ ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਘਾਵੈ। ਐ ਮੇਰੇ ਸਿੱਖੋ, ਐ ਸੇਵਕੋ, ਇੱਕ ਗੱਲ ਯਾਦ ਰੱਖੋ, ਬੇਸ਼ੱਕ ਇਹ ਔਗੁਣ ਨੇ ਤੇ ਇਹਨਾਂ ਦੇ ਕਰਕੇ ਉਹਨਾਂ ਦਾ ਜੀਵਨ ਤਬਾਹ ਹੋ ਗਿਆ, ਪਰ ਤੁਸੀਂ ਇੱਥੋਂ ਵੀ ਗੁਣ ਲੈ ਲਓ। ਜਿਸ ਤਰ੍ਹਾਂ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਇਉਂ ਤੁਸੀਂ ਮਾਲਕ ਵਾਹਿਗੁਰੂ ਜੀ ਦੇ ਨਾਮ ਨਾਲ ਪ੍ਰੀਤ ਕਰੋ। ਜਿਸ ਤਰ੍ਹਾਂ ਭੌਰਾ ਫੁੱਲ ਨਾਲ ਪ੍ਰੀਤ ਕਰਦਾ, ਬੇਸ਼ੱਕ ਉਹ ਸੁਗੰਧ ਦੇ ਚਸਕੇ ਦਾ ਮਾਰਿਆ ਏ ਤੇ ਆਪਣਾ ਆਪ ਮਿਟਾ ਰਿਹਾ ਏ, ਆਪਣਾ ਆਪ ਤਬਾਹ ਕਰ ਰਿਹਾ ਏ, ਪਰ ਜੇ ਕਿਤੇ ਤੁਸੀਂ ਉਹਨੂੰ ਵੇਖ ਕੇ ਔਗੁਣ ਤੋਂ ਗੁਣ ਲੱਭ ਲਓ, ਜਿਤਨੇ ਤਾਣ ਨਾਲ ਉਹ ਉਧਰ ਜਾ ਰਿਹਾ ਏ, ਇਤਨੇ ਤਾਣ ਨਾਲ ਤੁਸੀਂ ਗੁਰੂ ਵੱਲ ਆਓ, ਤੁਹਾਡਾ ਜੀਵਨ ਇਹ ਬਣ ਜਾਵੇ। ਭਵਰ ਤੁਮਾਰਾ ਇਹ ਮਨ ਹੋ, ਹਰ ਚਰਣਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜੋ ਬੂੰਦੇ ਚਾਤ੍ਰਿਕ ਮੌਲਾ। ਮੈਂ ਤੇ ਚਾਹੁੰਦਾ ਇਹ ਅਸੀਸ ਹੈ ਗੁਰੂ ਦੀ ਤੁਹਾਨੂੰ ਕਿ ਤੁਹਾਡਾ ਮਨ ਭੌਰਾ ਬਣ ਜਾਵੇ ਤੇ ਗੁਰੂ ਦੇ ਚਰਨ ਉਹ ਫੁੱਲ ਹੋਣ ਤੇ ਤੁਸੀਂ ਨਿਤਾ ਪ੍ਰਤੀ ਦੌੜ ਕੇ ਗੁਰੂ ਦੇ ਚਰਨ ਕਮਲਾਂ 'ਚ ਪਹੁੰਚੋ। ਉਹਨੂੰ ਤਾਂ ਮੌਤ ਮਿਲੀ ਸੀ, ਉਹਨੂੰ ਤਾਂ ਬਰਬਾਦੀ ਮਿਲੀ ਸੀ, ਪਰ ਤੁਹਾਨੂੰ ਅਸਲ ਜੀਵਨ ਮਿਲ ਜਾਵੇਗਾ, ਜੀਵਨ ਜਾਚ ਮਿਲ ਜਾਵੇਗੀ, ਜੀਵਨ ਸਫਲ ਹੋ ਜਾਵੇਗਾ। ਤੁਸੀਂ ਵੇਖੋ, ਹਿਰਨ ਨਾਦ ਦੀ ਆਵਾਜ਼ ਨੂੰ ਸੁਣ ਕੇ ਆਪਣਾ ਆਪ ਤਬਾਹ ਕਰ ਲੈਂਦਾ ਏ, ਪਰ ਗੁਰੂ ਕੇ ਸਿੱਖਾ, ਜੇ ਤੂੰ ਗੁਰੂ ਦੀ ਬਾਣੀ ਨੂੰ ਸੁਣੇਗਾ, ਗੁਰੂ ਦੀ ਆਵਾਜ਼ ਨੂੰ ਸੁਣੇਗਾ ਨਾ, ਤੇ ਤੇਰਾ ਜੀਵਨ ਆਬਾਦ ਹੋ ਜਾਵੇਗਾ, ਜੀਵਨ ਸਫਲ ਹੋ ਜਾਵੇਗਾ। ਤੇ ਬੇਅੰਤ ਲੋਕਾਂ ਦਾ ਜੀਵਨ ਸਫਲ ਹੋਇਆ ਏ। ਕੋਮਲ ਬਾਣੀ ਸਭ ਕੋ ਸੰਤੋਖ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਅੱਜ ਦੇ ਦਿਨ ਸਨ 1563 ਚ ਗੁਰੂ ਰਾਮਦਾਸ ਸਾਹਿਬ ਜੀ ਸਤਿਗੁਰੂ ਜੀ ਦੇ ਘਰ ਮਾਤਾ ਭਾਨੀ ਜੀ ਦੀ ਗੋਦ ਤੋਂ ਹੋਇਆ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਬਾਰੇ ਕਹਿ ਦਿੱਤਾ ਗਿਆ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਜੰਮਦਿਆਂ, ਜਨਮ ਲੈਂਦਿਆਂ ਗੁਰਮਤ ਦੀ ਗੋਦ ਮਿਲ ਗਈ, ਗੁਰਮਤ ਦੀ ਪਛਾਣ ਮਿਲ ਗਈ, ਉਸ ਬ੍ਰਹਮ ਦੀ ਪਛਾਣ ਮਿਲ ਗਈ। ਕਿਉਂ? ਇਹ ਬੋਲ ਗੁਰੂ ਅੰਗਦ ਦੇਵ ਸਾਹਿਬ ਜੀ ਬਾਰੇ ਕਿਉਂ ਨਹੀਂ ਕਹੇ ਗਏ? ਇਹ ਬੋਲ ਗੁਰੂ ਅਮਰਦਾਸ ਸਾਹਿਬ ਜੀ ਬਾਰੇ ਕਿਉਂ ਨਹੀਂ ਕਹੇ ਗਏ? ਇਹ ਬੋਲ ਗੁਰੂ ਰਾਮਦਾਸ ਸਾਹਿਬ ਜੀ ਸਤਿਗੁਰੂ ਬਾਰੇ ਕਿਉਂ ਨਹੀਂ ਕਹੇ ਗਏ ਵੀ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ? ਉਹ ਇਸ ਕਰਕੇ ਕਿਉਂਕਿ ਭਾਈ ਲਹਿਣਾ ਜੀ ਵੀ ਆਪਣੀ ਉਮਰ ਦਾ ਬਹੁਤ ਵੱਡਾ ਹਿੱਸਾ ਬਤੀਤ ਕਰਨ ਤੋਂ ਬਾਅਦ, ਜੋ ਕਿ ਦੇਵੀ ਦੇ ਦਰਸ਼ਨਾਂ ਨੂੰ ਸੰਗ ਲੈ ਕੇ ਜਾਂਦੇ ਸਨ, ਅਗਵਾਈ ਕਰਦਿਆਂ, ਉਸ ਤੋਂ ਬਾਅਦ ਪਹੁੰਚੇ ਸਨ ਗੁਰੂ ਨਾਨਕ ਦੇਵ ਸਾਹਿਬ ਜੀ ਕੋਲ। ਜਨਮ ਲੈਂਦਿਆਂ ਨਹੀਂ। ਗੁਰੂ ਅਮਰਦਾਸ ਸਾਹਿਬ ਜੀ 62 ਸਾਲ ਦੀ ਉਮਰ ਬਤੀਤ ਕਰ ਚੁੱਕੇ ਸਨ, ਤਾਂ ਪਹੁੰਚੇ ਸਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ 'ਚ। ਗੁਰੂ ਰਾਮਦਾਸ ਸਾਹਿਬ ਜੀ ਸਤਿਗੁਰੂ ਜੀ ਦਾ ਪ੍ਰਕਾਸ਼ ਹੋਣ ਤੋਂ ਬਾਅਦ, ਜਨਮ ਲੈਣ ਤੋਂ ਬਾਅਦ ਮਾਤਾ ਚਲਾਣਾ ਕਰ ਗਈ ਸੀ ਤੇ 7-8 ਸਾਲ ਦੀ ਉਮਰ ਵਿੱਚ ਪਿਤਾ ਹਰਦਾਸ ਜੀ ਚਲਾਣਾ ਕਰ ਗਏ। ਉਸ ਤੋਂ ਬਾਅਦ ਕਿਤੇ ਨਾਨੀ ਲੈ ਕੇ ਆਈ ਸੀ ਬਾਸਰਕੇ ਪਿੰਡ, ਤੇ ਫਿਰ ਜਾ ਕੇ ਕਿਤੇ ਗੋਇੰਦਵਾਲ ਸਾਹਿਬ ਜਦ ਗਏ ਨੇ, ਉਦੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਸੰਗਤ ਪ੍ਰਾਪਤ ਹੋਈ ਹੈ। ਉਮਰ ਦੇ ਸਾਲ ਬਤੀਤ ਹੋ ਚੁੱਕੇ ਸਨ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਉੱਤੇ ਮਾਲਕ ਵਾਹਿਗੁਰੂ ਜੀ ਦੀ ਉਹ ਮਹਾਨ ਬਖਸ਼ਿਸ਼ ਹੋਈ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ 'ਚ ਰਹਿੰਦਿਆਂ ਹੋਇਆਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੋਇੰਦਵਾਲ ਸਾਹਿਬ ਹੋਇਆ।
क्योंकि गुरु रामदास साहब जी सतगुरु गुरु अमरदास साहब जी दे दमाद सन ते गोविंदवाल साहब रह के ही गुरु दरबार दीयां सेवावां कर रहे सन ते उत्थे ही गुरु अर्जन देव साहब जी दा पावन प्रकाश होया। प्रकाश होण दी देर सी कि गुरु अमरदास साहब जी दी नाना गुरु दी गोद मिल गई। गुरु अमरदास साहब जी दी देख रेख दे च पालना होण लगी। जिस उत्ते सतगुरु गुरु अमरदास साहब जी दी नजर पै जावे, गुरु दी नजर पै जावे, कहा ना गुरु अंगद देव साहब जी बारे जो बचन कहंदे होवै सिफत खसम दी नूर अरशों कुरसों झट्टी है तुद डिठे सच्चे पातशाह मल जन्म जन्म दी कट्टी है। गुरु दी नजर च अमृत हुंदा है, बरकत हुंदी है, अमृत हुंदा है ते ओह किरपा रूपी निगाह जिस उत्ते पै जावे ना ओहदा जीवन भी अमृत बन जांदा है। गुरु अर्जन देव साहब जी उत्ते ओह विशेष किरपा रूपी नजर पई सी ते तुसीं वेखो ਉਹ बचन भी गुरु अर्जन देव साहब जी बारे ही इतिहास च मिलते हैं, बाबा ਪ੍ਰਿਥੀ ਚੰਦ जी दे महादेव जी बारे नहीं। ਇਹਦਾ भाव की गुरु अर्जन देव साहब जी उत्ते किरपा धुर दरगाह तो सी, मालक वाहिगुरु जी तो ही सी। वो कर्मा करके वो महान बरकत कि गुरु अमरदास साहब जी दी गोद मिली। कहंदे वो समा भी आया जद थोड़ा जा खेडना शुरू किया ना ते आम सिख रवायत च बचन चले आ रहे ने कि एक दिन खेड़दियां गुरु अमरदास साहब जी जिस मंजी उत्ते बैठे सन ओनू जाके हिलाया ते सतगुरु जी जानी जान पर बख्शिश करनी सी ते बचन कह दिते सन केड़ा वड्डा पुरख है भारी जिस मंजी हिलाई साडी सारी। ते पिछे बीबी भानी जी आ रहे सन क्योंकि जद भी छोटा बच्चा खेड़दियां अगे वधदा है ना मां दी नजर हर वेले उहदे उत्ते हुंदी है कि किते दा कोई नुकसान ना हो जावे, किते डिग ना पवे, किते कोई अग बल रही है उहदे विच ना हथ पा देवे। गुरु अर्जन देव साहब जी दे अपने बचन ने चंचल मत बारक बपरे की सर्प अगन कर मेले माता पिता कंठ लाए राखे आनंद सहज तब खेले। गुरु अर्जन देव साहब जी दे बोल ने कहंदे इउं हुंदा है कि मां बाप नजर रखते ने ते मां बीबी भानी जी पिछे पिछे सन अपने बच्चे दे। जब सतगुरु जी ने यह बचन कहना गुरु अमरदास साहब जी ने केड़ा वड्डा पुरख है भारी जिस मंजी लाई साडी सारी ते पिछों आवाज दे के कहा दोहता जे दोहता भी तुहाडा दोहता है ते सतगुरु जी ने बचन कह दिता दोहता बाणी का बोहता। ये केवल दोहता नहीं ये तो बाणी रूपी बोहत है, ये बाणी रूपी जहाज होवेगा। ते बचन सत होए साधु बोले सहज सुभाए साधका बोलिया बिरथा ना जाए। गुरु अर्जन देव साहब जी आप बाणी रूप हो गए। गुरु अर्जन देव साहब जी कोल इतनी बाणी मालक वाहिगुरु जी तो उतरी कि गुरु अर्जन देव साहब जी का जीवन ही बाणी रूप हो गया। गुरु अर्जन देव साहब जी ने गुरु ग्रंथ साहब जी के रूप पावन बाणी रूपी जहाज बना दिता। गुरु अर्जन देव साहब जी ने गुरु ग्रंथ साहब जी की संपादना कर दी। गुरु अर्जन देव साहब जी की पालना गुरु अमरदास साहब जी की देख रेख हुई। जब 11 साल सी उमर गुरु अर्जन देव साहब जी की उदों गुरु अमरदास साहब जी ज्योति जोत समाए ते गुरु रामदास साहब जी सतगुरु जी नूं गुरगद्दी दी बख्शिश कर गए। हुण गुरु रामदास साहब जी सतगुरु जी ने जिस वेले गुरगद्दी संभाली ते उदों गुरु अर्जन देव साहब जी ने पिता करके नहीं जानिया, गुरु पिता करके गुरु करके सत्कार कीता ते हमेशा ही हुक्म नूं मन्निया। गुरु दे बोला उत्ते कदी हुज्जत नहीं पर उसे ही घर दे च बाबा ਪ੍ਰਿਥੀ ਚੰਦ जी भी पल रहे सन। वड्डे सन पर जीवन सी बाबा ਪ੍ਰਿਥੀ ਚੰਦ जी दा बिन सिमरन जो जीवन बलना सर्प जैसे अरजारी नव खंडन को राज कमावै अंत चलै गो हारी।
ਜੀਵਨ 'ਚ ਸਿਮਰਨ ਨਹੀਂ ਸੀ, ਸੇਵਾ ਨਹੀਂ ਸੀ, ਗੁਰੂ ਦਾ ਹੁਕਮ ਨਹੀਂ ਸੀ, ਆਪਣਾ ਹੁਕਮ ਚਲਾਉਣ ਦੀ ਪ੍ਰਵਿਰਤੀ ਸੀ, ਸਭ ਕੁਝ ਸੰਭਾਲ ਲੈਣ ਦੀ ਲੋਭ ਲਾਲਚ ਸੀ। ਇਉਂ ਜਾਣੋ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨਾਂ ਪੰਜਾਂ ਵਿਕਾਰਾਂ ਨੂੰ ਔਗੁਣ ਤੋਂ ਗੁਣ ਬਣਾ ਲਿਆ ਸੀ। ਉੱਥੇ ਤਾਂ ਹੰਕਾਰ ਵੀ ਅਣਖ ਗੈਰਤ ਬਣ ਗਿਆ ਸੀ, ਉੱਥੇ ਤਾਂ ਕਾਮ ਵੀ ਮਰਿਆਦਾ 'ਚ ਆ ਕੇ ਗ੍ਰਸਤ ਬਣ ਗਿਆ ਸੀ, ਉੱਥੇ ਤਾਂ ਲੋਭ ਰਿਹਾ ਹੀ ਨਹੀਂ ਸੀ। ਸਤਿਗੁਰੂ ਜੀ ਦੇ ਜੀਵਨ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹਨਾਂ ਵਿਕਾਰਾਂ ਨੂੰ, ਔਗੁਣਾਂ ਨੂੰ ਵੀ ਗੁਣ ਬਣਾ ਲਿਆ ਸੀ। ਪਰ ਪ੍ਰਿਥੀ ਚੰਦ ਲਈ ਇਹ ਵਿਕਾਰ ਔਗੁਣ ਹੀ ਸੀ। ਤੇ ਪ੍ਰਿਥੀ ਚੰਦ ਜੀ ਦਾ ਜੀਵਨ ਇਉਂ ਲੁੱਟਿਆ ਗਿਆ ਜਿਸ ਤਰ੍ਹਾਂ ਹਿਰਨ ਦਾ ਜੀਵਨ ਲੁੱਟਿਆ ਜਾਂਦਾ ਹੈ, ਜਿਸ ਤਰ੍ਹਾਂ ਮੱਛੀ ਮਾਰੀ ਜਾਂਦੀ ਹੈ, ਜਿਸ ਤਰੀਕੇ ਦੇ ਨਾਲ ਭੌਰਾ ਆਪਣਾ ਆਪ ਤਬਾਹ ਕਰ ਲੈਂਦਾ ਹੈ। ਤੇ ਜਿਸ ਤਰ੍ਹਾਂ ਤੁਸੀਂ ਵੇਖੋ ਅੱਗ ਦੇ ਵਿੱਚ ਸੜ ਕੇ ਰੌਸ਼ਨੀ ਦਾ ਮਾਰਿਆ ਉਹ ਪਤੰਗਾ ਸੜ ਜਾਂਦਾ ਹੈ, ਇਉਂ ਪ੍ਰਿਥੀ ਚੰਦ ਜੀ ਦਾ ਜੀਵਨ ਵੀ ਸੜ ਗਿਆ। ਤੇ ਜਿਹੜੇ ਸਾਥ ਦੇਣ ਆਏ ਨਾ ਪ੍ਰਿਥੀ ਚੰਦ ਦਾ, ਉਹ ਵੀ ਇਉਂ ਹੀ ਸੜ ਕੇ ਮਾਰੇ ਗਏ। ਤੁਹਾਨੂੰ ਪਤਾ ਸੁਲੇਹੀ ਖਾਨ ਆ ਰਿਹਾ ਸੀ ਚੜ ਕੇ ਪ੍ਰਿਥੀ ਚੰਦ ਦੇ ਬਹਿਕਾਵੇ ਵਿੱਚ ਆ ਕੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮਾਰ ਮੁਕਾਵਾਂਗਾ, ਪਰ ਆਪ ਇੱਟਾਂ ਦੇ ਆਵੇ ਚ ਡਿੱਗ ਕੇ ਤੇ ਸੜ ਮਰਿਆ ਸੀ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੁਆ ਨਾ ਪਾਕ। ਬਾਣੀ ਗਵਾਹੀ ਦਿੰਦੀ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬੋਲ ਗਵਾਹੀ ਦਿੰਦੇ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੀਵਨ ਅੰਮ੍ਰਿਤ ਬਣ ਗਿਆ ਤੇ ਪ੍ਰਿਥੀ ਚੰਦ ਜੀ ਦਾ ਜੀਵਨ ਜ਼ਹਿਰ ਬਣ ਗਿਆ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੀਵਨ ਬਣ ਗਿਆ ਅੰਮ੍ਰਿਤਸਰ ਸਿਫਤੀ ਦਾ ਘਰ, ਤੇ ਬਾਬਾ ਪ੍ਰਿਥੀ ਚੰਦ ਜੀ ਦਾ ਜੀਵਨ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਹੋਇਆਂ ਵੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਉਹ ਜੀਵਨ ਬਣ ਗਿਆ। ਕਿਉਂਕਿ ਬੰਦੇ ਦੇ ਅੰਦਰ ਦੀ ਜੋ ਸੋਚ ਹੈ ਨਾ, ਦਿਮਾਗੀ ਹਾਲਤ, ਉਹ ਕਿਹੋ ਜੀ ਹੈ, ਜੇ ਵੇਖਿਆ ਜਾਵੇ ਨਾ ਤੇ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਲਾਹੌਰ ਸ਼ਹਿਰ ਦਾ ਜ਼ਿਕਰ ਕੀਤਾ ਨਾ, ਬਹੁਤਿਆਂ ਦਾ ਜੀਵਨ ਇਹ ਹੀ ਹੈ। ਜੇ ਕਿਤੇ ਬੰਦੇ ਦੇ ਅੰਦਰ ਦੀ ਹਾਲਤ ਵੇਖੀ, ਕਿਉਂਕਿ ਸਰੀਰ ਨੂੰ ਵੀ ਨਗਰ ਕਿਹਾ ਨਾ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਏ, ਕਾਇਆ ਨਗਰੀ ਖੋਜ ਖੋਜਾਈ, ਕਾਇਆ ਨਗਰ ਬਸਤ ਹਰ ਸੁਆਮੀ ਨਗਰ ਕਿਹਾ। ਤੇ ਜੇ ਨਗਰ ਹੈ, ਸ਼ਹਿਰ ਹੈ, ਤੇ ਫਿਰ ਸ਼ਰੀਰਕ ਨਗਰ ਕੋਈ ਲਾਹੌਰ ਵੀ ਹੋ ਸਕਦਾ ਤੇ ਕੋਈ ਅੰਮ੍ਰਿਤਸਰ ਸਿਫਤੀ ਦਾ ਘਰ ਵੀ ਹੋ ਸਕਦਾ ਹੈ। ਪਰ ਅੰਮ੍ਰਿਤਸਰ ਸਿਫਤੀ ਦਾ ਘਰ ਹੈ ਕੇਵਲ ਦਰਬਾਰ ਸਾਹਿਬ, ਪੂਰਾ ਅੰਮ੍ਰਿਤਸਰ ਨਹੀਂ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਤੁਹਾਨੂੰ ਬੜੇ ਖਤਰਨਾਕ ਬੰਦੇ ਮਿਲ ਜਾਣਗੇ ਜੋ ਇਸੇ ਕਹਾਤ ਚ ਹੁੰਦੇ ਨੇ ਕਿ ਜਿਹੜੇ ਲੋਕ ਦਰਸ਼ਨ ਇਸ਼ਨਾਨ ਕਰਨ ਆ ਰਹੇ ਨੇ ਦਰਬਾਰ ਸਾਹਿਬ ਨਾਲ, ਉਹਨਾਂ ਨੂੰ ਹੀ ਲੁੱਟ ਲਓ, ਉਹਨਾਂ ਦਾ ਕੱਖ ਨਾ ਰਹਿਣ ਦਿਓ। ਇਹੋ ਜਿਹੇ ਮਸੰਦ ਉਦੋਂ ਵੀ ਉੱਥੇ ਵਸਦੇ ਸਨ ਜਦ ਗੁਰੂ ਤੇਗ ਬਹਾਦਰ ਸਾਹਿਬ ਪਹੁੰਚੇ ਸਨ, ਤੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਦਰਵਾਜ਼ੇ ਤੱਕ ਬੰਦ ਕਰ ਲਏ ਸਨ। ਅੱਜ ਵੀ ਘਾਟ ਨਹੀਂ ਹੈ ਇਹੋ ਜਿਹੇ ਲੋਕਾਂ ਦੀ। ਜੇ ਉਹਨਾਂ ਦਾ ਵਸ ਚੱਲੇ ਤੇ ਹੋ ਸਕਦਾ ਹੈ ਦਰਬਾਰ ਦੇ ਦਰਵਾਜ਼ੇ ਬੰਦ ਕਰ ਦੇਣ, ਕਿਉਂਕਿ ਜਿਹੜੇ ਲੋਕ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਲਈ ਗੁਰੂ ਘਰ ਦਾ ਮਾਲਕ ਹੁੰਦਾ ਹੈ, ਉਹਦੇ ਲਈ ਦਰਵਾਜ਼ੇ ਬੰਦ ਕਰ ਸਕਦੇ ਨੇ ਤੇ ਕਿਸੇ ਲਈ ਵੀ ਕਰ ਸਕਦੇ ਨੇ। ਪਰ ਸਾਰੇ ਅੰਮ੍ਰਿਤਸਰ ਦੇ ਲੋਕਾਂ ਦੀ ਗੱਲ ਨਹੀਂ, ਮਸੰਦ ਬਿਰਤੀ ਜਿਨ੍ਹਾਂ ਦੀ ਹੈ, ਕਿਹਾ ਸੀ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਇਹ ਮਸੰਦ ਪ੍ਰਿਥੀ ਚੰਦ ਵਰਗੇ ਹੀ ਸਨ। ਪ੍ਰਿਥੀ ਚੰਦ ਦਾ ਕੰਮ ਕੀ ਸੀ? ਤੁਸੀਂ ਵੇਖੋ, ਸਭ ਕੁਝ ਲੁੱਟ ਲੈਣ ਦੀ ਬਿਰਤੀ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਅੰਦਰ ਸੀ ਸਭ ਕੁਝ ਦੇ ਦੇਣ ਦੀ ਬਿਰਤੀ, ਆਪਣਾ ਜੀਵਨ ਤੱਕ ਕੁਰਬਾਨ ਕਰ ਦੇਣ ਦੀ ਬਿਰਤੀ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹ ਕੁਝ ਕਰ ਵੀ ਵਿਖਾਇਆ। ਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋਤ ਸਮਾਏ, ਗੁਰਗੱਦੀ ਦਾ ਮਾਲਕ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਣਾ ਦਿੱਤਾ ਗਿਆ, ਤੇ ਇੱਥੇ ਵੀ ਪ੍ਰਿਥੀ ਚੰਦ ਨੇ ਗੋਇੰਦਵਾਲ ਸਾਹਿਬ ਝਗੜਾ ਖੜਾ ਕਰ ਦਿੱਤਾ। ਗੁਰੂ ਅਰਜਨ ਦੇਵ ਸਾਹਿਬ ਜੀ ਉੱਤੇ ਦੋਸ਼ ਤੱਕ ਇਹਨੇ ਲਾਏ, ਤੇ ਜਿਸ ਵੇਲੇ
ਬਾਬਾ ਬੁੱਢਾ ਸਾਹਿਬ ਉਹ ਪੱਗ ਦਸਤਾਰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੇਣ ਲੱਗੇ ਨੇ, ਤੇ ਪ੍ਰਿਥੀ ਚੰਦ ਨੇ, ਇਤਿਹਾਸਕਾਰ ਇੱਥੇ ਤੱਕ ਲਿਖਦੇ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਨਾਲ ਵੀ ਬੋਲ ਕਬੋਲ ਬੋਲਦੇ ਆ ਉਹ ਦਸਤਾਰ ਖੋਹ ਲਈ ਸੀ ਤੇ ਕਿਹਾ ਸੀ ਕਿ ਮੇਰਾ ਹੱਕ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸੀ ਪ੍ਰਿਥੀ ਚੰਦ, ਇਹ ਦਸਤਾਰ ਲੈਣ ਨਾਲ ਉਹ ਗੁਰੂ ਵਾਲੀ ਵਡਿਆਈ ਨਹੀਂ ਤੈਨੂੰ ਮਿਲ ਜਾਣੀ, ਉਹ ਤਾਂ ਤਦ ਹੀ ਮਿਲਣੀ ਸੀ ਜੇ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਆਪ ਦੇ ਕੇ ਜਾਂਦੇ। ਜੇ ਤੇਰੇ ਅੰਦਰ ਉਹ ਗੁਣ ਹੁੰਦਾ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਵਿੱਚ ਸੀ, ਗੁਰੂ ਦਾ ਹੁਕਮ ਮੰਨਣ ਦਾ, ਪਰ ਤੇਰੇ ਬਾਰੇ ਤਾਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਇੱਥੇ ਤੱਕ ਕਹਿਣਾ ਪੈ ਗਿਆ, ਕਾਹੇ ਭੂਤ ਝਗਰਤ ਹੋਂ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸੰਗ ਝਗਰਤ ਪਾਪ। ਤੂੰ ਤਾਂ ਗੁਰੂ ਪਿਤਾ ਨਾਲ ਝਗੜਾ ਹੀ ਕਰਦਾ ਰਹਿੰਦਾ ਸੀ ਤੇ ਗੁਰੂ ਨੂੰ ਕਹਿਣਾ ਪੈ ਗਿਆ ਕਿ ਪਿਤਾ ਨਾਲ ਝਗੜਨਾ, ਮਾਂ ਨਾਲ ਝਗੜਨਾ ਵੱਡਾ ਪਾਪ ਹੈ, ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਨਾਲ ਹੀ ਤੂੰ ਲੜਦਾ ਹੈ। ਤੇ ਬਾਬਾ ਪ੍ਰਿਥੀ ਚੰਦ ਜੀ ਨੇ ਫਿਰ ਇਹ ਝਗੜਾ ਹਮੇਸ਼ਾ ਹੀ ਪਾਈ ਰੱਖਿਆ ਤੇ ਇਸ ਝਗੜੇ ਦੇ ਕਰਕੇ ਇੱਥੇ ਤੱਕ ਨੀਵੇਂ ਤਲ ਤੱਕ ਚਲੇ ਗਏ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਜੇ ਪੁੱਤਰ ਨੇ ਜਨਮ ਲਿਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ, ਤੇ ਇੱਕ ਵਾਰੀ ਨਹੀਂ 4-4 ਵਾਰੀ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ ਧੋਖੇ ਨਾਲ ਪ੍ਰਿਥੀ ਚੰਦ ਜੀ ਨੇ, ਕਿ ਨੱਕ ਜ਼ਹਿਰ ਹੈ ਵੀ ਇੱਕ ਵਾਰ ਖਾਲੀ ਚਲਾ ਜਾਵੇ ਬੰਦਾ ਛੱਡ ਦਿੰਦਾ ਵੀ ਚਲੋ, ਪਰ ਦੂਜਾ ਵੀ ਖਾਲੀ ਚਲਾ ਜਾਵੇ, ਫਿਰ ਤੀਜਾ, ਫਿਰ ਚੌਥੀ ਵਾਰੀ ਜ਼ਹਿਰ ਦੇਣਾ, ਕਦੀ ਦਾਈ ਰਾਹੀਂ, ਕਦੀ ਬ੍ਰਾਹਮਣ ਰਾਹੀਂ, ਤੇ ਕਦੀ ਸਪੇਰੇ ਰਾਹੀਂ, ਤੇ ਕਦੀ ਹਾਣੀ ਰਾਹੀਂ, ਜੋ ਸਾਹਿਬਜ਼ਾਦਾ ਜੀ ਨਾਲ ਖੇਡਦਾ ਸੀ ਬੱਚਾ। ਪਰ ਜਿੱਥੇ ਅਸੀਸ ਮਿਲੀ ਹੋਈ ਸੀ, ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਤੇ ਜਿੱਥੇ ਕਿਹਾ ਹੋਇਆ ਸੀ ਨਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬਹਿ ਨਾ ਵਿਆਪੈ ਚਿੰਤਾ। ਜਿੱਥੇ ਅੰਮ੍ਰਿਤ ਪੀਵੋ ਦੀ ਅਸੀਸ ਮਿਲੀ ਹੋਈ ਹੈ ਉੱਥੇ ਜ਼ਹਿਰ ਕੀ ਵਿਗਾੜ ਸਕੇਗਾ। ਪਰ ਪ੍ਰਿਥੀ ਚੰਦ ਨੇ ਆਪਣੀਆਂ ਚਾਲਾਂ ਨਹੀਂ ਛੱਡੀਆਂ। ਗੁਰਗੱਦੀ ਮਿਲਣ ਤੋਂ ਬਾਅਦ ਜਦ ਇਹਨੇ ਝਗੜਾ ਪਾਇਆ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆ ਕੇ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਤੇ ਦਰਬਾਰ ਸਾਹਿਬ ਜੀ ਦੀ ਸੇਵਾ ਆਰੰਭ ਕਰ ਦਿੱਤੀ ਸੀ। ਉਦੋਂ ਪ੍ਰਿਥੀ ਚੰਦ ਨੇ ਕੀ ਕੀਤਾ ਕਿ ਜਿਤਨੀ ਸੰਗਤ ਆਉਂਦੀ ਸੀ ਨਾ, ਆਪਣੇ ਏਜੰਟ ਤੇ ਮਸੰਦ ਨਾਲ ਰਲਾ ਕੇ ਤੇ ਅੰਮ੍ਰਿਤਸਰ ਸ਼ਹਿਰ ਵੱਲ ਆਉਣ ਵਾਲੇ ਜੋ ਰਸਤੇ ਸਨ ਉਹਨਾਂ ਉੱਤੇ ਖੜੇ ਕਰ ਦਿੱਤੇ ਸਨ। ਜਿੰਨੀ ਸੰਗਤ ਆਉਂਦੀ ਸੀ ਬਾਹਰੋਂ ਭੇਟਾਵਾਂ ਲੈ ਕੇ, ਉਹ ਸਾਰੀਆਂ ਭੇਟਾਵਾਂ ਪ੍ਰਿਥੀ ਚੰਦ ਆਪਣੇ ਕੋਲ ਜਮਾ ਕਰਾ ਲੈਂਦਾ ਸੀ। ਹੁਣ ਸੰਗਤ ਦੂਰ ਦੂਰ ਤੋਂ ਆ ਰਹੀ ਹੈ, ਸੰਗਤ ਨੂੰ ਕੀ ਪਤਾ ਹੈ, ਤੇ ਲੰਗਰ ਛਕਣ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਵੱਲ ਭੇਜ ਦਿੱਤਾ ਜਾਂਦਾ ਸੀ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਾਂਤੀ ਤੇ ਸਬਰ ਦੀ ਮੂਰਤ, ਲੰਗਰ ਸੰਗਤ ਦੀ ਭੇਟਾਵਾਂ ਨਾਲ ਚੱਲਦਾ ਹੈ। ਦਸਵੰਧ ਦੀਆਂ ਭੇਟਾਵਾਂ ਜਾਂ ਜੋ ਤਿਲਫੁਲ ਭੇਟਾਵਾਂ ਆਉਂਦੀਆਂ ਨੇ ਉਹਦੇ ਨਾਲ ਲੰਗਰ ਚੱਲਦੇ ਨੇ। ਤੇ ਉਹ ਸਾਰੀਆਂ ਭੇਟਾਵਾਂ ਪ੍ਰਿਥੀ ਚੰਦ ਧੋਖੇ ਨਾਲ ਲੈਣ ਲੱਗਾ ਤੇ ਇੱਥੇ ਤੱਕ ਕਿ ਲੰਗਰ ਵੀ ਮਸਤਾਨੇ ਹੋ ਗਏ ਸਨ। ਭਾਈ ਗੁਰਦਾਸ ਸਾਹਿਬ ਜੀ ਪ੍ਰਚਾਰ ਦੌਰੇ ਤੇ ਬਾਹਰ ਗਏ ਹੋਏ ਸਨ। ਜਦ ਵਾਪਸ ਪਹੁੰਚੇ ਤੇ ਲੰਗਰ ਦੀ ਹਾਲਤ ਵੇਖ ਕੇ, ਰੁੱਖਾ ਮਿੱਸਾ ਲੰਗਰ, ਉਹ ਸਮਾਂ ਵੀ ਵੇਖਿਆ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਹਮਣੇ ਵੀ ਮਾਤਾ ਗੰਗਾ ਜੀ ਨੇ ਜਿਸ ਵੇਲੇ 2 ਪ੍ਰਸ਼ਾਦੇ ਰੁੱਖੇ ਰੱਖੇ ਸਨ ਨਾ, ਤੇ ਕੁਝ ਵੈਰਾਗ ਵਿੱਚ ਵੀ ਆ ਗਏ ਸਨ ਤੇ ਬਚਨ ਕਹਿ ਦਿੱਤੇ ਸਨ, ਮੇਰੇ ਸਤਿਗੁਰੂ ਪ੍ਰਿਥੀ ਚੰਦ ਸਭ ਕੁਝ ਲੁੱਟ ਕੇ ਲੈ ਗਿਆ। ਇੱਥੇ ਤੱਕ ਇਤਿਹਾਸ ਗਵਾਹੀ ਦਿੰਦਾ, ਜਿਸ ਤਰ੍ਹਾਂ ਭਾਈ ਦਾਤੂ ਜੀ ਇੱਕ ਵਾਰੀ ਗੋਇੰਦਵਾਲ ਸਾਹਿਬ ਤੋਂ ਨਾ ਬੈਲ ਗੱਡੀਆਂ ਤੇ ਬਿਸਤਰੇ, ਬਰਤਨ, ਹੋਰ ਸਮਾਨ ਸਾਰਾ ਲੱਦ ਕੇ ਲੈ ਗਏ ਸਨ। ਇਉਂ ਹੀ ਪ੍ਰਿਥੀ ਚੰਦ ਨੇ ਵੀ ਕੀਤਾ ਸੀ। ਪਰ ਜਿਸ ਵੇਲੇ ਮਾਤਾ ਗੰਗਾ ਜੀ ਨੇ ਇਹ ਗੱਲ ਕਹੀ ਨਾ, ਸਤਿਗੁਰੂ ਜੀ ਜੇ ਤੁਸੀਂ ਇੱਕ ਵਾਰੀ ਬੋਲ ਕੇ ਸੰਗਤ ਨੂੰ ਕਹਿ ਦਿਓ ਨਾ, ਤੇ ਸੰਗਤ ਨੂੰ ਪਤਾ ਲੱਗ ਜਾਵੇਗਾ।
गुरु अर्जन देव साहब जी ने कहा, गंगा ये वैराग क्यों? तू भी केवल बाहरों वेख्या कि प्रथी चंद सब कुछ लुट के लै गया? जे प्रथी चंद सब कुछ लुट के लै गया तां की होया? सब कुछ दा मालक तां मेरे कोल है ना, ते जे सब कुछ दा मालक मेरे कोल है, सब कुछ आपे ही आ जाना है। ते सतगुरु जी ने उदों बचन कह सन, रूखो भोजन भूम सैन पर सखी प्रिय संग सुख बिहात। की होया रुखा भोजन है ते भुंजे ही बैठे आ, पर मालक वाहिगुरु तां है ना, ओदे नाल मैं सुख मान रहा। भाई गुरदास साहब जी ने जद ये बचन सुने ना, ते भाई गुरदास साहब जी सुचेत होए, बाबा बुढ़ा साहब जी नूं नाल लै लिया, ते जिथे पिपली साहब गुरुद्वारा है इत्थे ते होर जो रस्ते ने संगत नूं जगाउण लई, भाई गुरदास साहब जी ने कलम चक लई ते लिख लिख के संगतां नूं सुना सुना के जगाउण लगे। ते बाबा बुढ़ा साहब जी बचन कर करके संगत नूं जगाउण लगे। पहला प्रथी चंद नूं समझाया, पर जद नहीं समझिया ते बाबा बुढ़ा साहब जी ते भाई गुरदास साहब जी वर्गे सिखां ने संगत नूं सुचेत कर दिता। ते जद ये चालां वेखियां प्रथी चंद दियां, ते भाई गुरदास साहब जी ने इत्थे तक लिख दिता, ऐ प्रथी चंद तेरी तां ये हालत है। हुण भी ध्यान देना, जे साडे विच भी कुछ प्रथी चंद ऐसे मौजूद ने जो केवल गुरु घरां नूं लुट के खाना चाहते ने, ते याद रखियो उन्हां नूं भी जाग जाना चाहिए। पता क्यों? क्योंकि गुरु दा जीवन इतिहास ते गुरु दी बाणी नित सानू सुचेत करदी है। गुरु साडा भला चाहुंदा है, किते ऐसा ना होवे कि जिस तरह प्रथी चंद नूं मीणा कह दिता गया, ते इउं जाणो कि सख्त बचन कह दिते गए कि मीणियां नूं मूंह नहीं लाउणा। ते भाई गुरदास साहब जी ने पता की लिखिया सी, क्या साध संगत जी प्रथी चंद दी हालत तां ये हो गई है, नीलारी दे मट च पै गिद्दड़ रत्ता, जंगल अंदर जाए के पाखंड कमत्ता। कहंदे ऐसा होया कि एक गिद्दड़ जिहड़ा ना रात वेले किते पिंड वाला आ गया, ते उत्थे किसे लिलारी ने मट च नीला रंग जिहड़ा है वो घोल के रखिया होया सी, ओहदे च डिग गया ते रंगिया गया। हुण रंग ही बदल गया ते पहुंच गया जंगल दे च। उदाहरण दे के समझा रहे ने। ते उत्थे जद मिर्गावली जिन्ने जानवर ने उन्होंने वेख्या भी ये किहो जिहा नवां आ गया, ते उन्हें पाखंड कमा लिया ते कह दिता कि मैनू तां विशेष कुछ पावर दे के ते तुहाडा मालक बना के मालक वाहिगुरू जी ने भेजे है, ते तुसी सारे मेरी सेवा करो। सारी सेवा च जुड़ गए। करे हुकूमत अगली होए बह अवत्ता, ते कहंदे कूड़ा मद मत्ता, दर सेवे मिर्गावली होए बह अवत्ता, ते कहंदे करे हुकूमत अगली कूड़ा मद मत्ता। कूड़े हंकार दा मारिया वो अपना हुक्म चला रहा, पर उन्होंने की पता सी कि गिद्दड़ वाली बोली तो नहीं बदल जानी ना। ते कहंदे ओही हालत होई, एक गिद्दड़ बोलिया ते ये भी ना रहा गया सी, ते गिद्दड़ी बोलन पा जो गाड़िया जो मूली पत्ता। कहंदे बंदे इहो जे जिहड़े हुंदे ने ना प्रथी चंद वर्गे, इन्हां दी हालत तां इउं हुंदी जिस तरह मूली नूं खा के कोई कहे मैं नहीं खाधी, पर मूली दी बदबू ही दस दिंदी है कि मूली खाधी है। ऐ प्रथी चंद तेरी हालत तां ओ है, बिरथा नाम बिना तन अंध, मुख आवत ताका दुर्गंध। ते कहंदे बोलन पाज उघाड़िया जो मूली पत्ता, त्यों दरगाह मीणा मारिए कर कूड़ कुपत्ता। बिल्कुल इउं गुरु नानक दे दरबार तो भी फिटकारिया जावेगा, ते उस सच्ची दरगाह दे च भी कूड़ा करके मारिया जावेगा। ते प्रथी चंद दी हालत यही हुई। भावें मारना चाहुंदा सी गुरु अर्जन देव साहब जी नूं, पर अपनी हालत यह हो गई। ते गुरु अर्जन देव साहब जी तां आप जे शहीदी भी दिती है ते शहीदां दे सरताज बन के बैठ गए, हमेशा लई जिंदा हो गए। शहीदी भी बड़ी कमाल दी दिती।
सतगुरु गुरु अर्जन देव साहब जी जे ततियां तवियां उत्ते बैठे ने, गरम रेत दे कड़छे पाए जा रहे ने, उबलदे पानी च उबालिया जा रहा है, या ततियां तवियां उत्ते बिठाया जा रहा है, पर गुरु अर्जन देव साहब जी कोल ओ ठंडक है, नाम रूपी बाणी रूपी। कह दिंदे ने जह महा भयान तपत बहु कहाम, तै हर के नाम की तुम ऊपर छाम। वो तां कह दिंदे ने तेरा किया मीठा लागै, हर नाम पदार्थ नानक मांगे। गुरु अर्जन देव साहब जी का जीवन ही बाणी रूप, अमृत रूप हो गया सी। जिथे अमृत बाणी बनदी सी ते असीस भी दिंदे सन, अमृत पीवो सदा चिर जीवो। बचन भी करते सन ते कहते सन निर्मल रसना अमृत पीवो सदा सुहेला करना जियो। वो तां कहते सन सुख मनी सुख अमृत प्रभ नाम, भगत जना का मन विश्राम। हर वेले अमृत वंडना, हर वेले अमृत झोली पाउना। उदों ही नहीं अज तक गुरु अर्जन देव साहब जी अमृत ही वंड रहे ने ते अमृत ही साडी झोली पा रहे ने। गुरु अर्जन देव साहब जी का जीवन ही अमृत बन गया सी, प्रति चंद का जीवन ही जहर बन गया सी। बाणी अमृत नाल जोड़दी है ते पता दसदी है ये जहर है, ये अमृत है। अज भी देखो जे गुरु अर्जन देव साहब जी ने उदों 30 रागां च बाणी उचारण कीती ते गुरु ग्रंथ साहब जी दे रूप च अमृत दा सोमा सानू दे दिता है। अमृत रूपी झरने तो नित अमृत वरस रहा है ते तुसी वेखो ये भी अमृत झिम झिम वरसा है। अमृत धारा मन पीवै सुन शब्द विचारा। हुण अमृत वरस तां रहा है, ਇਹਦੇ ਚ ਇਸ਼ਨਾਨ ਉਹੀ ਕਰ ਸਕੇਗਾ ਜੋ ਗੁਰੂ ਦੀ ਗੋਦ ਚ ਬੈਠੇਗਾ। ਅਗਲਾ ਅੰਮ੍ਰਿਤ ਕਿਸ ਤੱਕ ਪਹੁੰਚੇਗਾ? ਗੁਰੂ ਦਰਬਾਰ ਚ ਜਿਹੜਾ ਬੈਠਾ ਉਹਦੇ ਉੱਤੇ ਤਾਂ ਅੰਮ੍ਰਿਤ ਵਰਸ ਵੀ ਰਿਹਾ ਏ ਤੇ ਕੰਨਾਂ ਰਾਹੀਂ ਅੰਦਰ ਉਤਰ ਵੀ ਰਿਹਾ ਏ। ਬਾਹਰੋਂ ਵੀ ਇਸ਼ਨਾਨ ਹੋ ਰਿਹਾ ਤੇ ਅੰਦਰੋਂ ਵੀ। ਪਰ ਯਾਦ ਰੱਖਿਓ ਜਿਹੜਾ ਦੂਰ ਦੂਰ ਤੱਕ ਬੈਠਾ ਵੀ ਕੋਈ ਸੁਣ ਰਿਹਾ ਹੈ ਨਾ, ਉਹਦੇ ਕੰਨਾਂ ਵਿੱਚ ਵੀ ਅੰਮ੍ਰਿਤ ਉਤਰ ਰਿਹਾ। ਸੁਨ ਸ਼ਬਦ ਵਿਚਾਰਾ, बाणी का फैसला। चढ़दी कला टाइम टीवी भी बधाई का पात्र है क्योंकि अज 4 साल पूरे हुए ने ये सेवावां निभाउंदे आ। खैर दास अर्ज कर रहा सी कि शब्द दी विचार, कोमल बाणी सबको संतोख है। अमृत बाणी हर हर तेरी, सुन सुन होवै परमगत मेरी। अमृत बाणी है ते अमृत विचार है। बाबा रविदास जी कहंदे जे एक एक दोष उन्हां नूं तबाह कर दिंदा ते ऐ बंदे तेरे अंदर तां 5 दोष ने, तू किस तरह बचेगा? ते साहब कहंदे माधो अविद्या हितकीन विवेक दीप मलीन। कहंदे ऐ माधो, माधो दा अर्थ है माया दा पति मालक वाहिगुरु। पुकार करदे आ ऐ मेरे मालक वाहिगुरु। अविद्या, अविद्या का अर्थ है अज्ञानता। अज्ञानता ने जकड़ लिया है ते उस पासे प्यार पा लिया। विवेक दीप मलीन ते कहंदे ये जिहड़ा ज्ञान रूपी दीवा सी बंदे नूं तू सोचण शक्ति दित्ती सी ना, इनू बंदे ने अज्ञानता रूपी कालख नाल मैला कर लिया है। तुसी देखो पहला ना दीवे जगांदे हुंदे सी या लैंप जगदे हुंदे सी ते टाइम टाइम ते उन्होंने साफ करना पैंदा सी तां चानना बाहर निकलदा सी, पर बंदा ते साफ ही नहीं करना चाहता। ते साहब कहंदे हालत वो बन गई है, दीवा मलीन हो गया है, इनू बाणी राही साफ करन दी लोड़ है। त्रिगद जोन अचेत संभव पुन पाप असोच। त्रिगद जोन कहंदे ये जिहड़े जानवर ने ना जिन्हां च एक एक दोष गिनाया है, ये ते विचारे अचेत ने। इन्हां नूं ओ सोचण शक्ति नहीं दित्ती वाहिगुरू जी ने जो ए बंदे तैनू दित्ती है। उन्हां कोल ओ सोचण वाली शक्ति नहीं। मानुखा अवतार दुर्लभ तिह संगत पोच। कहंदे मनुखा देही ए बंदे तैनू मिली है ते जे तैनू ए देही मिल गई है ते तैनू चाहिदा सी, तैनू पता सी
ਤੂੰ ਗਿਆਨ ਰੂਪੀ ਦੀਵਾ ਗੁਰੂ ਤੋਂ ਲੈ ਕੇ ਸੰਗਤ ਚੰਗੀ ਕਰਦਾ, ਤੇ ਜੇ ਤੂੰ ਵੀ ਨੀਚ ਵਿਕਾਰਾਂ ਵਾਲੀ ਸੰਗਤ ਕੀਤੀ ਤੇ ਫਿਰ ਤੇਰੇ ਚ ਤੇ ਉਹਨਾਂ ਜਾਨਵਰਾਂ ਚ ਫਰਕ ਕੀ ਰਹਿ ਗਿਆ। ਜੀ ਜੰਤ ਜਹਾਂ ਜਹਾਂ ਲਗ, ਕਰਮ ਕੇ ਬਸ ਜਾਏ, ਕਾਲ ਫਾਂਸ ਅਬਦ ਲਾਗੇ, ਕੁਛ ਨਾ ਚਲੈ ਉਪਾਏ। ਸਾਹਿਬ ਫੈਸਲਾ ਦਿੰਦੇ ਨੇ ਕਿ ਤੇ ਕੀਤੇ ਕਰਮਾਂ ਦੇ ਅਧੀਨ ਐ ਮਨੁੱਖ ਜੋ ਜੋ ਜੀਵ ਜਿਹੋ ਜੇ ਕਰਮ ਕਰਦੇ ਨੇ, ਉਹਨਾਂ ਕਰਮਾਂ ਕਰਕੇ ਜਿੱਥੇ ਜਿੱਥੇ ਵੀ ਜਾਂਦੇ ਨੇ ਉੱਥੇ ਹੀ ਬੰਨੇ ਜਾਂਦੇ ਨੇ, ਫਸ ਜਾਂਦੇ ਨੇ। ਸਾਰੇ ਜੀ ਜਨਤਾ ਨੂੰ ਕਾਲ ਦੀ ਆਤਮਕ ਮੌਤ ਦੀ ਐਸੀ ਫਾਹੀ ਪੈਂਦੀ ਹੈ ਕਿ ਉਸ ਤੋਂ ਬਚ ਨਹੀਂ ਪਾਉਂਦੇ। ਜੋ ਕੱਟੀ ਨਹੀਂ ਜਾ ਸਕਦੀ ਫਾਹੀ, ਉੱਥੇ ਇਹਨਾਂ ਦੀ ਕੁਝ ਪੇਸ਼ ਨਹੀਂ ਜਾਂਦੀ, ਇਉਂ ਫਸ ਜਾਂਦੇ ਨੇ। ਤੇ ਅਖੀਲੀਆਂ ਪੰਕਤੀਆਂ ਚ ਕਹਿੰਦੇ ਨੇ, ਕਹਿੰਦੇ ਰਵਿਦਾਸ ਦਾਸ ਉਦਾਸ, ਤਜ ਭਰਮ ਤਪਨ ਤਪ, ਗੁਰ ਗਿਆਨ ਭਗਤ ਜਨ ਭੈ ਹਰਨ, ਪਰਮਾਨੰਦ ਕਰੋ ਨਿਦਾਨ। ਕਹਿੰਦੇ ਹੇ ਰਵਿਦਾਸ, ਹੇ ਪ੍ਰਭੂ ਦੇ ਦਾਸ। ਰਵਿਦਾਸ ਆਪਣੇ ਆਪ ਨੂੰ ਪ੍ਰਭੂ ਦਾ ਦਾਸ ਕਹਿ ਕੇ ਸੰਬੋਧਨ ਕਰਦੇ ਨੇ। ਕਹਿੰਦੇ ਤੂੰ ਤਾਂ ਵਿਕਾਰਾਂ ਦੇ ਮੋਹ ਵਿੱਚੋਂ ਨਿਕਲ, ਇਹ ਭਟਕਣਾ ਛੱਡ ਦੇ, ਸਤਿਗੁਰੂ ਦਾ ਗਿਆਨ ਕਮਾ। ਇਹ ਜੰਗਲਾਂ ਵਿੱਚ ਪਹਾੜਾਂ ਉੱਤੇ ਤਪ ਕਰਨ ਦੀ ਲੋੜ ਨਹੀਂ। ਕਹਿੰਦੇ ਇਹੀ ਤਪਾਂ ਦਾ ਤਪ ਹੈ। ਸਭ ਕਹਿ ਰਹੇ ਨੇ, ਕਹਿੰਦੇ ਤਜ ਬ੍ਰਹਮ ਤਪਨ ਤਪ, ਗੁਰ ਗਿਆਨ। ਤਪਾਂ ਵਿੱਚੋਂ ਵੱਡਾ ਤਪ ਗੁਰੂ ਦਾ ਦਿੱਤਾ ਗਿਆਨ ਹੈ। ਤੇ ਅਖੀਰ ਚ ਕਹਿ ਦਿੰਦੇ ਨੇ, ਭਗਤ ਜਨਾਂ ਦੇ ਭੈ ਦੂਰ ਕਰਨ ਵਾਲੇ, ਹੇ ਪ੍ਰਭੂ ਆਖਰ ਮੈਨੂੰ ਰਵਿਦਾਸ ਨੂੰ ਵੀ ਆਪਣੇ ਪਿਆਰ ਦਾ, ਪ੍ਰੇਮ ਦਾ ਪਰਮ ਆਨੰਦ ਬਖਸ਼ ਦੇ। ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਕਾਸ਼ ਸਾਡੇ ਅੰਦਰ ਦੀ ਅਰਦਾਸ ਵੀ ਬਾਬਾ ਰਵਿਦਾਸ ਜੀ ਵਰਗੀ ਬਣ ਜਾਵੇ। ਗੁਰੂ ਅਰਜਨ ਦੇਵ ਸਾਹਿਬ ਜੀ ਵਾਂਗ ਅਸੀਂ ਵੀ ਕਹਿ ਸਕੀਏ, ਨਾਨਕ ਗਰੀਬ ਟਹਿ ਪਿਆ ਦੁਆਰੈ, ਹਰ ਮੇਲ ਲੇਹੋ ਵਡਿਆਈ। ਇਤਨਿਕ ਸੇਵਾ ਪ੍ਰਵਾਨ ਕਰਨੀ। ਕੱਲ ਦੇ ਦੀਵਾਨ ਵਿੱਚ ਕੁਝ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜੀਵਨ ਵਿੱਚੋਂ ਹੋਰ ਘਟਨਾਵਾਂ, ਮਹਾਨ ਬਰਕਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕਿਉਂਕਿ ਅੱਜ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਸੀ। ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ। ਦਿਓ ਸੀਸ, ਕਥਾ ਕਰਨ ਦੀ ਜਾਚ ਆ ਜਾਵੇ। ਗੁਰੂ ਕੀ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।